हरो राम राजे। हर नाम सलाहें दिन रात, एहा आस आधारु। हऊँ मूर्ख किछु न जानहा, किव पावैं पारो। जन नानक हर का दास है, हर दास पनिहारू। तू सुल्तान कहाँ हऊँ मियाँ, तेरी कमन वडाई। जो तू देह सो कहाँ स्वामी, मैं मूर्ख कहण न जाई। सो कहो टल गुर सेवियै, अहनिस सहज सुपाए। दर्शन परसै गुरु कै, जन्म मरण दुख जाए। होवै सिवत खसमदी, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਬਸੰਤ ਬਾਣੀ ਕਬੀਰ ਜੀ ਕੀ। ਪੰਡਤ ਜਨ ਮਾਤੇ ਪੜ ਪੁਰਾਨ, जोगी माते जोग ध्यान। पंडित जन माते पढ़ पुराण, जोगी माते जोग ध्यान। सन्यासी माते अहंमेव, तपसी माते तप कह भेव। सब मद माते को न जाग, संग ही चोर कर मूसन लाग। रहाओ जागे सुख देव अर आकूर, हणवंत जागै धर लंकूर। शंकर जागै चरण सेव, कल जागे न मांजै देव। जागत सोवत बहु प्रकार, गुरमुख जागै सोई सार। इस देही के अधिक काम, कह कबीर भज राम नाम। जागत सोवत बहु प्रकार, गुरमुख जागै सोई सार। इस देही के अधिक काम, कह कबीर भज राम नाम। वाहिगुरु जी का खालसा, वाहिगुरु जी की फतेह। जुगो जुग अटल सतगुरु, चवर छत्र तख्त दे मालक, जहरा जहूर अते हाजरा हजूर। धन श्री गुरु ग्रंथ साहिब जी की पावन पवित्र हजूरी विच सुभाईमान। गुरबाणी कीर्तन दे राही परम पिता वाहिगुरु जी के प्यार विच जुड़ के अपने जीवन दीयां इन्हां घड़ियां नूं आनंदित बना रहे गुरसवारे सतसंगी जनों, वाहिगुरु जी की बख्श सदका
ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੋ ਗੁਰੂ ਗੋਦ ਵਿੱਚ ਬੈਠ ਕੇ ਹਰ ਜਸ ਸਰਵਣ ਕਰ ਰਹੇ ਹਾਂ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਮਾਣ ਰਹੇ ਸੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਇਹ ਪਾਵਨ ਅਮੋਲ ਬਚਨ ਜੋ ਸ਼੍ਰੀਮਾਨ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਸੰਤ ਰਾਗ ਵਿੱਚ ਅੰਕਿਤ ਨੇ, ਆਪ ਜੀ ਸਰਵਣ ਕਰ ਰਹੇ ਸੀ। ਭਗਤ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਗੱਲ ਕਹੀ ਹੈ ਕਿ ਕੋਈ ਵਿਰਲਾ ਬੰਦਾ ਹੈ ਜਿਹੜਾ ਜ਼ਿੰਦਗੀ ਅੰਦਰ ਜਾਗਦਾ ਹੈ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਦਾ ਰਾਜਾ ਬਣਾ ਕੇ ਭੇਜਿਆ ਹੈ। ਪਰਮਾਤਮਾ ਨੇ ਇਸ ਮਨੁੱਖ ਦੇ ਅੰਦਰ ਬੜੇ ਵੱਡੇ ਖਜ਼ਾਨੇ ਰੱਖੇ ਨੇ, ਭੰਡਾਰ ਰੱਖੇ ਹੋਏ ਨੇ, ਪਰ ਕਿਉਂਕਿ ਮਨੁੱਖ ਸੌਂ ਗਿਆ, ਸੁੱਤੇ ਹੋਣ ਕਰਕੇ ਇਹਦਾ ਘਰ ਲੁੱਟਿਆ ਗਿਆ, ਇਹਦੇ ਅੰਦਰੋਂ ਹੀ ਚੋਰ ਪੈਦਾ ਹੋਏ। ਜਿੱਥੇ ਪਰਮਾਤਮਾ ਨੇ ਸਾਡੇ ਅੰਦਰ ਅੰਮ੍ਰਿਤ ਦਾ ਖਜ਼ਾਨਾ ਰੱਖਿਆ ਨਾ, ਗੁਰਬਾਣੀ ਕਹਿੰਦੀ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੇ ਸਾਖਤ ਨਾ ਬੂਝੇ, ਕੋਈ ਨਾ ਸੁਣੇ ਪੁਕਾਰਾ। ਇਸ ਸਰੀਰ ਵਿੱਚ ਅੰਮ੍ਰਿਤ ਦਾ ਖਜ਼ਾਨਾ ਵੀ, ਜਿੱਥੇ ਵੀ ਖਜ਼ਾਨਾ ਹੋਏਗਾ ਉਹ ਭਾਵੇਂ ਆਤਮਿਕ ਖਜ਼ਾਨਾ ਹੈ, ਭਾਵੇਂ ਦੁਨਿਆਵੀ ਖਜ਼ਾਨਾ ਹੈ, ਚੋਰਾਂ ਦੀ ਤੇ ਨਜ਼ਰ ਉੱਥੇ ਜਾਣੀ ਜਾਣੀ ਹੈ। ਖਜ਼ਾਨੇ ਨੂੰ ਸੰਭਾਲਣਾ ਖਜ਼ਾਨੇ ਵਾਲੇ ਦੀ ਆਪਣੀ ਜ਼ਿੰਮੇਵਾਰੀ ਹੈ। ਵਾਹਿਗੁਰੂ ਜੀ ਨੇ ਹਰ ਮਨੁੱਖ ਨੂੰ ਖੁਸ਼ੀਆਂ ਦਿੱਤੀਆਂ ਨੇ, ਹਰ ਮਨੁੱਖ ਨੂੰ ਆਨੰਦ ਦਿੱਤਾ ਹੈ, ਹਰ ਮਨੁੱਖ ਨੂੰ ਧਰਤੀ ਦਾ ਰਾਜਾ ਬਣਾਇਆ। ਬਾਬਾ ਰਵਿਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਡੀ ਹਾਲਤ ਤਾਂ ਉਸ ਰਾਜੇ ਵਰਗੀ ਜਿਹੜਾ ਸਿੰਘਾਸਨ ਤੇ ਬੈਠਾ ਸੌਂ ਗਿਆ ਫਿਰ ਭਿਖਾਰੀ ਬਣ ਗਿਆ। ਸਾਨੂੰ ਵੀ ਪਰਮਾਤਮਾ ਨੇ ਧਰਤੀ ਦੇ ਰਾਜੇ ਬਣਾ ਕੇ ਭੇਜੇ ਹੈ, ਪਰ ਕਿਉਂਕਿ ਅਸੀਂ ਸੌਂ ਗਏ। ਮਨੁੱਖ ਦਾ ਨੀਂਦ ਨਾਲ ਬੜਾ ਪਿਆਰ ਹੈ। ਬਾਹਰੀ ਤੌਰ ਤੇ ਵੀ ਆਪਾਂ ਦੇਖਦੇ ਹਾਂ ਮਨੁੱਖ ਕਹਿੰਦਾ ਸੁੱਤੇ ਰਹੀਏ, ਰੋਟੀ ਬਣੀ ਬਣਾਈ ਮਿਲ ਜੇ, ਸੁੱਤੇ ਰਹੀਏ। ਸੌਣਾ ਮੌਤ ਦੀ ਨਿਸ਼ਾਨੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਨੇ ਜੋ ਖਜ਼ਾਨਾ ਦਿੱਤਾ ਸੀ, ਭਗਤ ਜੀ ਕਹਿੰਦੇ ਸਾਨੂੰ ਰਾਜੇ ਬਣਾਇਆ ਸੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਸਰ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਜਿਵੇਂ ਰਾਜਾ ਸਿੰਘਾਸਨ ਤੇ ਸੌਂ ਗਿਆ, ਸੁਪਨੇ 'ਚ ਭਿਖਾਰੀ ਬਣ ਗਿਆ, ਅਸੀਂ ਵੀ ਸਿੰਘਾਸਨ ਤੇ ਸੁੱਤੇ ਹੋਏ ਹਾਂ। ਧਰਤੀ ਤੇ ਵਾਹਿਗੁਰੂ ਜੀ ਨੇ ਸਾਡੀ ਚੌਧਰ ਬਣਾਈ ਹੈ, ਸਿਕਦਾਰੀ ਬਣਾਈ ਹੈ, ਸਭ ਕੁਝ ਦਿੱਤਾ ਹੈ, ਪਰ ਕੋਈ ਭਾਗਾਂ ਵਾਲਾ ਪ੍ਰਾਣੀ ਹੈ ਜਿਹੜਾ ਇਹ ਸਭ ਕੁਝ ਪ੍ਰਾਪਤ ਕਰਕੇ ਖੁਸ਼ ਹੋਏਗਾ। ਜਿੱਥੇ ਆਪਾਂ ਜਿੱਧਰ ਦੇਖਦੇ ਚਿੰਤਤ ਹੀ ਦਿਸੈ ਸਭ ਕੋਏ। ਕੇਵਲ ਦੁਨਿਆਵੀ ਲੋਕਾਂ ਦੀ, ਗ੍ਰਸਤੀ ਲੋਕਾਂ ਦੀ, ਸੰਸਾਰੀ ਲੋਕਾਂ ਦੀ ਗੱਲ ਨਹੀਂ ਹੈ। ਤੁਸੀਂ ਧਰਮ ਸਥਾਨਾਂ ਤੇ ਚੱਲ ਜਾਓ, ਉੱਥੇ ਵੀ ਸੁੱਤੇ ਹੀ ਹੋਏ ਨੇ, ਜੰਗਲਾਂ 'ਚ ਬੈਠੇ ਸੁੱਤੇ ਹੋਏ ਨੇ, ਪਹਾੜਾਂ ਤੇ ਚੜ੍ਹ ਕੇ ਸੁੱਤੇ ਹੋਏ ਨੇ। ਗੁਰਬਾਣੀ ਕਹਿੰਦੀ ਸਭ ਮੱਧ ਮਾਤੇ, ਸਾਰੇ ਹੰਕਾਰ ਦੇ ਨਸ਼ੇ ਸੁੱਤੇ ਹੋਏ ਨੇ। ਸੌਣਾ ਕੀ ਹੈ? ਜਾਗਣਾ ਸੌਣਾ ਕਈ ਤਰ੍ਹਾਂ ਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਣ ਜੇ ਰਸਨਾ ਨਾਮ ਉਚਾਰਣੇ। ਅਸੰਖਾਂ ਲੋਕ ਜਿਹੜੇ ਨੇ ਦੁਨੀਆ ਦੀ ਇਹ ਝੂਠੀ ਮਾਇਆ ਦਾ ਅਰਥ ਹੈ ਕਿ ਜਿਹੜੀ ਸਾਥ ਨਾ ਦੇਣ ਵਾਲੀ, ਜਿਹੜੀ ਨਾਲ ਨਾ ਨਿਭਣ ਵਾਲੀ ਮਾਇਆ, ਇਹਦੇ ਕਾਰਨ ਲੋਕ ਸੌਂ ਗਏ। ਸੌਣ ਦਾ ਅਰਥ ਹੈ ਕਿ ਮਾਇਆ ਦਾ ਮੋਹ ਜਾਗਿਆ, ਮਾਇਆ ਦੀ ਖਿੱਚ ਜਾਗੀ, ਬੰਦਾ ਬੇਈਮਾਨ ਹੋ ਗਿਆ, ਸੌਂ ਗਿਆ। ਬੰਦਾ ਝੂਠ ਬੋਲਣ ਲੱਗ ਪਿਆ, ਸੌਂ ਗਿਆ। ਉਹ ਆਪਣੀ ਜ਼ਿੰਦਗੀ ਦੇ ਫਰਜ਼ ਵੱਲੋਂ ਅਵੇਸਲਾ ਹੋ ਗਿਆ। ਅਸੰਖਾਂ ਲੋਕ ਸੁੱਤੇ ਨੇ, ਜਾਗਦੇ ਉਹ ਨੇ ਜੇ ਰਸਨਾ ਨਾਮ ਉਚਾਰਣੇ, ਜਿਹੜੇ ਰਸਨਾ ਰਾਹੀਂ ਉਸ ਪਰਮਾਤਮਾ ਦਾ ਨਾਮ ਜਪਦੇ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਸਾਰੀ ਲੋਕਾਂ ਦੀ, ਭਾਵੇਂ ਧਰਮ ਨਾਲ ਜੁੜੇ ਨੇ, ਉਹਨਾਂ ਦੀ ਗੱਲ ਕਰਦੇ ਇੱਕ ਬਚਨ ਕਿ ਸਿਮਰਤ ਸ਼ਾਸਤਰ ਬਹੁਤਾ ਵਿਚਾਰਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੇ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਪ੍ਰਮਸੁਤਾ ਸੁਤਿਆਂ ਰਹਿਣ ਵਿਹਾਣੀ। ਸਤਿਗੁਰੂ ਜੀ ਕਹਿੰਦੇ ਵੇਦਾਂ ਗ੍ਰੰਥਾਂ ਨੂੰ, ਧਰਮ ਗ੍ਰੰਥਾਂ ਨੂੰ ਬਹੁਤ ਪੜ੍ਹਦੇ ਨੇ ਲੋਕ, ਪਰ ਤੱਤ ਦਾ ਗਿਆਨ ਨਹੀਂ ਹੈ। ਦੇਖੋ ਧਰਮ ਗ੍ਰੰਥਾਂ ਨੂੰ ਕਾਹਦੇ ਲਈ ਪੜ੍ਹਦੇ ਅਸੀਂ? ਮਹਾਰਾਜ ਜੀ ਪਾਠ ਕਰਾਂਗੇ, ਸਾਡੀ ਆਹ ਮੰਗ ਪੂਰੀ ਹੋ ਜੇ, ਆਹ ਚੀਜ਼ ਦੇ ਦਿਓ, ਆਹ ਮਿਲ ਜੇ, ਉਹ ਕਾਰੋਬਾਰ ਮਿਲ ਜੇ। ਹੈਰਾਨੀ ਦੀ ਗੱਲ ਹੈ ਕਿ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਨ ਤੋਂ ਬਾਅਦ ਬਾਣੀ ਵਾਲੇ ਨਾਲ ਸੰਬੰਧ ਬਣਨਾ ਚਾਹੀਦਾ ਸੀ।
ਬਾਣੀ ਪੜ੍ਹਦੇ ਹਾਂ ਤੇ ਜਿਹਦੀ ਬਾਣੀ ਉਹਦੇ ਨਾਲ ਸੰਬੰਧ ਬਣਨਾ ਚਾਹੀਦਾ ਸੀ, ਪਰ ਉਹਦੇ ਨਾਲ ਸੰਬੰਧ ਨਹੀਂ ਬਣਾਇਆ ਅਸੀਂ ਕਹਿੰਦੇ ਜੀ ਕਾਰੋਬਾਰ ਚੱਲ ਜਾਏ, ਦੁਨੀਆਦਾਰੀ ਚੱਲ ਜਾਏ, ਸੌਂ ਗਏ। ਬਾਣੀ ਕਿਸ ਕੰਮ ਲਈ ਹੈ? ਬਾਣੀ ਕੋਈ ਇਹ ਨਹੀਂ ਕਿ ਜਿਵੇਂ ਦੁਕਾਨ ਤੇ ਗਏ ਜੀ ਇੰਨੇ ਪੈਸੇ ਦੇਵਾਂਗੇ ਤੇ ਇਹ ਸਾਨੂੰ ਦੇ ਦਿਓ, ਇਸ ਲਈ ਬਾਣੀ ਨਹੀਂ ਸੀ। ਬਾਣੀ ਜਗਾਉਣ ਲਈ ਸੀ। ਬਾਣੀ ਮਨੁੱਖ ਨੂੰ ਮਨੁੱਖ ਦੀ ਵੈਲਿਊ ਦੱਸਣ ਦੇ ਲਈ ਸੀ। ਪਰ ਅਸੀਂ ਕੀ ਇਹ ਪਾਠ ਕਰਾ ਲਓ ਤੁਹਾਡੀ ਮੰਗ ਪੂਰੀ ਹੋ ਜਾਏਗੀ, ਇੰਨੇ ਪਾਠ ਕਰ ਲਓ ਤੁਹਾਡੀ ਮੰਗ ਪੂਰੀ ਹੋ ਜਾਏਗੀ। ਸਿਮਰਤ ਸ਼ਾਸਤਰ ਬਹੁਤ ਤਤ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੇ ਸਾਰ ਨਾ ਜਾਣੀ। ਤਿਹੀਂ ਗੁਣੀ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਹੋਰ ਜੋ ਕੁਝ ਵੀ ਅਸੀਂ ਮੰਗਦੇ ਹਾਂ ਉਹ ਮਾਇਆ ਦਾ ਮੋਹ ਹੈ, ਭਾਵੇਂ ਉਹ ਮੁਕਤੀ ਵੀ ਕਿਉਂ ਨਾ ਹੋਵੇ। ਪਰਮਾਤਮਾ ਤੋਂ ਬਿਨਾਂ ਜੇ ਮੁਕਤੀ ਵੀ ਮੰਗਦੇ ਹਾਂ ਨਾ ਤੇ ਉਹ ਸੌ ਜਾਣ ਵਾਲਾ ਰਸਤਾ ਹੈ, ਮਾਇਆ ਦਾ ਮੋਹ ਹੈ। ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸਾਨੂੰ ਮੁਕਤੀ ਵੀ ਨਹੀਂ ਚਾਹੀਦੀ। ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਮੁਕਤੀ ਕੀ ਚੀਜ਼ ਹੈ? ਮੁਕਤੀ ਠੁਕਰਾਤੀ, ਸਾਨੂੰ ਮੁਕਤੀ ਨਹੀਂ ਚਾਹੀਦੀ। ਮੁਕਤ ਬੱਪੜੀ ਦਾ ਅਰਥ ਵਿਚਾਰੀ। ਗਿਆਨਵਾਨ ਲੋਕਾਂ ਨੇ ਮੁਕਤੀ ਤਿਆਗ ਦਿੱਤੀ। ਸਾਨੂੰ ਮੁਕਤੀ ਨਹੀਂ, ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ, ਜਿੱਥੇ ਮੁਕਤੀਆਂ ਹੱਥ ਜੋੜ ਕੇ ਖੜੀਆਂ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਤਿਹੀਂ ਗੁਣੀ ਸੰਸਾਰ ਭਰਮ ਸੁੱਤਾ। ਭਰਮ ਵਿੱਚ ਪੈ ਕੇ ਕਿ ਸ਼ਾਇਦ ਮਾਇਆ ਸੱਚ ਹੈ, ਸ਼ਾਇਦ ਕੋਈ ਸਵਰਗ ਸੱਚ ਹੈ, ਸ਼ਾਇਦ ਕੋਈ ਮੁਕਤੀ ਸੱਚ ਹੈ। ਦੁਨੀਆ ਸੌ ਗਈ, ਤਿੰਨਾਂ ਗੁਣਾਂ 'ਚ ਸੌ ਗਈ। ਰਜੋ ਗੁਣ, ਤਮੋ ਗੁਣ, ਸਤੋ ਗੁਣ 'ਚ ਸੌ ਗਏ। ਸੌ ਗਈ ਦਾ ਅਰਥ ਕਿ ਆਪਣੇ ਅਸਲ ਮਕਸਦ ਵੱਲੋਂ ਸੁਰਤ ਹਟ ਗਈ, ਦੁਨੀਆ ਵੱਲ ਜੁੜ ਗਈ। ਅਸੀਂ ਕਿਸੇ ਨਾਲ ਗੱਲਬਾਤ ਕਰੀਏ ਨਾ, ਉਹ ਸਾਡੀ ਗੱਲ 'ਚ ਧਿਆਨ ਨਾ ਦੇਵੇ, ਉਹਦਾ ਧਿਆਨ ਹੋਰ ਬੰਨੇ ਹੋਏ, ਉਹਨੂੰ ਸਮਝ ਨਾ ਪਏ, ਤੇ ਅਸੀਂ ਕਹਿੰਦੇ ਸੁੱਤਾ ਹੈ। ਉਹ ਤੇ ਜਾਗਦਾ ਹੈ ਕੋਲ, ਪਰ ਉਹਦੀ ਸੁਰਤ ਹੋਰ ਕਿਸੇ ਬੰਨੇ ਲੱਗ ਗਈ। ਹੋਰ ਕਿਸੇ ਬੰਨੇ ਲੱਗਣ ਦਾ ਤਾਂ ਕਿ ਸੌਂ ਗਿਆ, ਅਸਲ ਮੁੱਦੇ ਵੱਲੋਂ ਉਹਦਾ ਧਿਆਨ ਹਟ ਗਿਆ। ਤਿਹੀਂ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆਂ ਰਹਿਣ ਵਿਹਾਣੀ ਤੇ ਸੁੱਤਿਆਂ ਹੀ ਮਨੁੱਖ ਦੀ ਜ਼ਿੰਦਗੀ ਦੀ ਰਾਤ ਨਿਕਲ ਜਾਂਦੀ। ਪਰ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਗੁਰੂ ਦੀ ਕਿਰਪਾ ਸਦਕਾ ਜਾਗਦੇ ਉਹ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਹੈ, ਜਿਹੜੇ ਹਰ ਰੋਜ਼ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪੜ੍ਹਦੇ। ਕਹੇ ਨਾਨਕ ਸੋ ਤਤ ਪਾਏ ਜਿਹਨੂੰ ਅੰਧ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਆਣੀ। ਜਿਨ੍ਹਾਂ ਦੀ ਹਰ ਵੇਲੇ ਲਿਵ ਪਰਮਾਤਮਾ ਨਾਲ ਲੱਗੀ ਰਹਿੰਦੀ, ਉਹ ਤਤ ਨੂੰ ਲੱਭ ਰਹਿੰਦੇ ਨੇ, ਉਹ ਤਤ ਨੂੰ ਪ੍ਰਾਪਤ ਕਰ ਲੈਂਦੇ ਨੇ। ਧਰਮ ਗ੍ਰੰਥ ਪੜ੍ਹਨਾ ਮੁਬਾਰਕ ਹੈ, ਇਹ ਸੀ ਜਾਗਣ ਦੇ ਲਈ, ਪਰ ਅਸੀਂ ਧਰਮ ਗ੍ਰੰਥ ਪੜ੍ਹਦੇ ਸੌਂ ਗਏ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜਾਗਦੇ ਨੇ ਉਹਨਾਂ ਦੀ ਲਿਵ ਲੱਗ ਗਈ, ਉਹ ਹਰ ਵੇਲੇ ਪਰਮਾਤਮਾ ਦੇ ਪਿਆਰ ਜੁੜੇ ਰਹਿੰਦੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜਾਗਦੇ ਕੌਣ ਨੇ? ਜਾਗਣਾ ਸੌਣਾ ਤੇ ਕਈ ਤਰ੍ਹਾਂ ਦਾ ਹੈ, ਬਹੁਤੀ ਦੁਨੀਆ ਤੇ ਸੁੱਤੀ ਪਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਾਰ-ਵਾਰ ਸਾਨੂੰ ਕਿਹਾ ਜਾਗ ਲਿਹੋ ਰੇ ਮਨਾ ਜਾਗਨ ਹਾਰੇ। ਉਹ ਮਨਾ ਜਾਗ, ਬਿਨ ਹਰ ਨਾਮ ਸਭ ਮਿਥਿਆ। ਨਾਮ ਤੋਂ ਬਿਨਾਂ ਜੋ ਕੁਝ ਹੈ ਝੂਠਾ ਹੈ। ਜਾਗ ਇੱਕ ਥਾਂ ਤੇ ਹੋਰ ਸਤਿਗੁਰੂ ਜੀ ਨੇ ਬਚਨ ਕਿਹਾ। ਬੰਦਾ ਕਹਿੰਦਾ ਬਹੁਤ ਕੁਝ ਹੈ, ਕਾਰੋਬਾਰ ਹੈ, ਰੁਤਬੇ ਨੇ, ਬਹੁਤ ਕੁਝ ਹੈ। ਸਤਿਗੁਰੂ ਜੀ ਕਹਿੰਦੇ ਜਾਗ ਲਿਹੋ ਰੇ ਮਨਾ। ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਉਹ ਭਲਿਆ ਤੂੰ ਕਹਿੰਦਾ ਬਹੁਤ ਕੁਝ ਮੇਰੇ ਕੋਲ, ਅੱਜ ਤੱਕ ਤੇ ਸਰੀਰ ਵੀ ਕਿਸੇ ਦਾ ਨਾਲ ਨਹੀਂ ਗਿਆ ਤੇ ਬਹੁਤ ਕੁਝ ਤੇਰੇ ਨਾਲ ਜਾਏਗਾ। ਤੂੰ ਤੇ ਸੁੱਤਿਆਂ ਹੋਇਆ ਗੱਲਾਂ ਕਰੀ ਜਾਂਦੇ, ਸੁੱਤਿਆਂ ਹੋਇਆ। ਇਹ ਸਾਡੀਆਂ ਸੁੱਤਿਆਂ ਦੀਆਂ ਗੱਲਾਂ ਨੇ ਕਿ ਮੈਂ ਬੜਾ ਅਮੀਰ ਹਾਂ, ਮੈਂ ਬੜਾ ਵਿਦਵਾਨ ਹਾਂ, ਮੇਰੇ ਬੜਾ ਪਰਿਵਾਰ ਹੈ, ਮੇਰਾ ਬੜਾ, ਇਹ ਸੁੱਤਿਆਂ ਦੀਆਂ ਗੱਲਾਂ। ਸੁਪਨੇ 'ਚ ਨਹੀਂ ਆਪਾਂ ਗੱਲਾਂ ਕਰਦੇ। ਜੋ ਕੁਝ ਸੁਪਨੇ 'ਚ ਅਸੀਂ ਕਹਿੰਦੇ ਹਾਂ, ਜਦੋਂ ਜਾਗ ਆਉਂਦੀ ਉਹ ਕੁਝ ਵੀ ਨਹੀਂ ਹੁੰਦਾ। ਸੁਪਨੇ 'ਚ ਰਾਜੇ ਬਣ ਜਾਂਦੇ ਨੇ, ਸੁਪਨੇ 'ਚ ਕਈ ਸੂਬੇ ਬਣ ਜਾਂਦੇ ਨੇ, ਪਰ ਜਦੋਂ ਸੁਪਨਾ ਨੀਂਦ ਟੁੱਟਦੀ ਹੈ ਉਸ ਵੇਲੇ ਕੁਝ ਵੀ ਨਹੀਂ ਹੁੰਦਾ। ਤੇ ਹੁਣ ਜੋ ਅਸੀਂ ਕਰ ਰਹੇ ਇਹ ਵੀ ਸਾਡਾ ਇੱਕ ਸੁਪਨਾ ਹੀ ਹੈ। ਜੋ ਸੁਪਨਾ ਅਰਪੇਖਣਾ ਐਸੇ ਜਾਗ ਕੋ ਜਾਣ। ਇਹ ਸਾਡਾ ਜਾਗਦਿਆਂ ਦਾ ਸੁਪਨਾ ਹੈ, ਉਹ ਸੁੱਤਿਆਂ ਦਾ ਸੁਪਨਾ ਹੈ। ਇਹ ਵੀ ਜਦੋਂ ਜਾਗ ਆਏਗੀ ਨਾ, ਮਨ ਕਰਕੇ ਜਦੋਂ ਜਾਗਾਂਗੇ ਤੇ ਉਦੋਂ ਪਤਾ ਲੱਗੇਗਾ ਤੇ ਕੁਝ ਵੀ ਨਹੀਂ ਸੀ, ਐਵੇਂ ਸਾਰੀ ਜ਼ਿੰਦਗੀ ਅਕਾਰਥ ਲੱਗੇ ਰਹੇ। ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਵਾਰ-ਵਾਰ ਜਾਗਣ ਦੀ ਪ੍ਰੇਰਣਾ ਕੀਤੀ ਹੈ। ਕੌਣ ਕੌਣ ਜਾਗੇ ਨੇ, ਕਿੱਦਾਂ ਜਾਗਣਾ ਹੈ, ਨੀਂਦ ਕਿੰਨੇ ਤਰ੍ਹਾਂ ਦੀ, ਕਿਵੇਂ ਬੰਦੇ ਸੁੱਤੇ ਹੋਏ ਨੇ। ਜੋ ਬਖਸ਼ਿਸ਼ ਬਾਬਾ ਕਬੀਰ ਸਾਹਿਬ ਜੀ ਸਾਡੇ ਤੇ ਕਰ ਰਹੇ ਨੇ, ਆਓ ਆਪਾਂ ਮਿਲ ਕੇ ਇਹ ਅਮੋਲ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪੰਡਤ ਜਨ ਮਾਤੇ ਪੜ ਪੁਰਾਨ। ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਬਚਨ ਬਸੰਤ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1193 ਤੇ ਸੁਭਾਈਮਾਨ ਨੇ। ਭਗਤ ਜੀ ਨੇ ਮੁੱਖ ਵਾਕ ਦੀਆਂ ਜੋ ਮੁੱਖ ਪੰਕਤੀਆਂ ਨੇ ਰਹਾਉ ਵਾਲੀਆਂ, ਉੱਥੇ ਬਚਨ ਕੇ ਸਭ ਮਦ ਮਾਤੇ ਕੋ ਨਾ ਜਾਗ। ਭਗਤ ਜੀ ਕਹਿੰਦੇ ਜਦੋਂ ਮੈਂ ਨਜ਼ਰ ਮਾਰਦਾ ਨਾ ਸਾਰੀ ਦੁਨੀਆ ਹੀ ਸੁੱਤੀ ਪਈ ਹੈ। ਮਦ ਮਿਣ ਮਸਤੀ 'ਚ, ਸਾਰੀ ਦੁਨੀਆ ਮਸਤੀ ਵਿੱਚ ਸੁੱਤੀ ਪਈ ਹੈ, ਮਸਤ ਹੈ, ਨਸ਼ੇ ਵਿੱਚ, ਕੋਈ ਨਹੀਂ ਜਾਗਦਾ, ਸਭ ਸੁੱਤੇ ਪਏ ਨੇ। ਜਾਗਣ ਦਾ ਅਰਥ ਕੇਵਲ ਸਰੀਰਕ ਤੌਰ ਤੇ ਜਾਗਣ ਤੋਂ ਨਹੀਂ ਹੈ। ਦੇਖੋ ਸਰੀਰਕ ਤੌਰ ਤੇ ਜਾਗੇ ਹਾਂ, ਇਹ ਦੁਨਿਆਵੀ ਜਾਗ ਹੈ। ਕਈ ਵਾਰੀ ਮਨੁੱਖ ਸੋਚਦਾ ਕਿ ਮੈਂ ਸਵੇਰੇ ਉੱਠ ਪਿਆ ਪਰ ਜਾਗ ਪਿਆ। ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਪਰ ਕਈ ਅੰਮ੍ਰਿਤ ਵੇਲੇ ਉੱਠ ਕੇ ਵੀ ਸੌਂ ਜਾਂਦੇ ਨੇ। ਸੌਂ ਜਾਣ ਦਾ ਕਿ ਉਹਨਾਂ ਨੂੰ ਜਾਗਣ ਦਾ ਹੰਕਾਰ ਹੋ ਜਾਂਦਾ ਕਿ ਮੈਂ ਤੇ 4 ਵਜੇ ਉੱਠਦਾ। ਜਦੋਂ ਦੇਖਿਆ ਉਹ 4 ਵਜੇ ਉੱਠਦਾ, ਚੱਲ ਮੈਂ 3 ਵਜੇ ਉੱਠ ਜਾਵਾਂਗਾ। ਕਈ ਕਹਿੰਦੇ ਮੈਂ 2 ਵਜੇ ਉੱਠ ਜਾਵਾਂਗਾ। ਕਈ ਕਹਿੰਦੇ ਆਪਾਂ ਸੌਣਾ ਹੀ ਨਹੀਂ ਰਾਤ ਨੂੰ, ਦਿਨੇ ਸੌ ਲਾਂਗੇ, ਰਾਤ ਨੂੰ ਸੌਣਾ ਹੀ ਨਹੀਂ। ਰਾਤ ਸੌਣ ਲਈ ਬਣਾਈ ਸੀ ਪਰਮਾਤਮਾ ਨੇ। ਬੰਦਾ ਦਿਨੇ ਸੌਣ ਲੱਗ ਪਿਆ, ਰਾਤ ਨੂੰ ਜਾਗਣ ਲੱਗ ਪਿਆ ਕਿ ਸ਼ਾਇਦ ਰੱਬ ਰਾਤ ਨੂੰ ਜਾਗਿਆਂ ਹੀ ਰੀਝਦਾ ਹੋਏ। ਜਾਗਣਾ ਮੁਬਾਰਕ ਹੈ, ਪਰ ਜਾਗਣਾ ਕੀ ਸੀ? ਜਾਗਣਾ ਜਾਗਨ ਅਨੀਕਾ ਹਰ ਕੀਰਤਨ ਮੈਂ ਜਾਗਣਾ। ਜਾਗਣਾ ਸੀ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜਨ ਦੇ ਲਈ। ਮਨੁੱਖ ਜਾਗਿਆ ਵੀ ਤੇ ਜਾਗਣ ਦਾ ਹੰਕਾਰ ਹੋ ਗਿਆ। ਮੈਂ ਤੜਕੇ ਜਾਗਦਾ, ਤੇਰੇ ਤੋਂ ਪਹਿਲਾਂ ਜਾਗਦਾ ਹਾਂ, ਇੰਨੇ ਵਜੇ ਜਾਗਦਾ ਹਾਂ, ਇਹੀ ਕੁਝ ਕਹੀ ਜਾਂਦਾ ਬੰਦਾ। ਇੱਕ ਬੜੀ ਸੋਹਣੀ ਗਾਥਾ ਲਿਖੀ ਵਿਦਵਾਨ ਨੇ, ਮਹਾਂਪੁਰਖ ਨੇ, ਕਿ ਇੱਕ ਵਾਰੀ ਜਾਗਣ ਵਾਲਿਆਂ ਦੀ ਰੇਸ ਲੱਗ ਗਈ। ਰੇਸ ਲੱਗੀ ਹੋਈ ਨਾ, ਜਿਵੇਂ ਰੇਸ, ਜਾਗਣ ਵਾਲਿਆਂ ਦੀ ਵੀ ਰੇਸ ਲੱਗ ਗਈ ਕਿ ਰੱਬ ਜਾਗਣ ਤੇ ਰੀਝਦਾ ਤੇ ਆਪਾਂ ਦੇਖਦੇ ਇੱਦਾਂ ਹੀ ਜਾਗ ਹੀ ਪੈਂਦੇ ਹਾਂ। ਜਦੋਂ ਰੱਬ ਦੇ ਦਰ ਤੇ ਲੇਖਾ ਹੋਣ ਲੱਗਾ ਨਾ, ਤੇ ਉਹ ਜਿਹੜਾ ਇਨਾਮ ਮਿਲਣਾ ਸੀ ਨਾ, ਉਹ ਕਿਸੇ ਧਾਰਮਿਕ ਬੰਦੇ ਨੂੰ ਨਹੀਂ ਮਿਲਿਆ। ਉਹ ਇਨਾਮ ਕਿਸੇ ਜੋਗੀ ਨੂੰ ਨਹੀਂ ਮਿਲਿਆ। ਇਨਾਮ ਪਤਾ ਕਿਹਨੂੰ ਮਿਲਿਆ? ਇੱਕ ਰੋਗੀ ਨੂੰ। ਪਰਮਾਤਮਾ ਕਹਿੰਦਾ ਜੇ ਜਾਗਣਾ ਹੀ ਹੈ ਤੇ ਤੁਹਾਡੇ ਨਾਲ ਜ਼ਿਆਦਾ ਤੇ ਰੋਗੀ ਸਾਰੀ ਰਾਤ ਜਾਗਦਾ ਹਾਏ ਰੱਬਾ ਕਰਦਾ ਰਿਹਾ। ਉਹਨੂੰ ਹੰਕਾਰ ਹੀ ਕੋਈ ਨਹੀਂ। ਰੋਗੀ ਨੂੰ ਹੰਕਾਰ ਕੋਈ ਨਹੀਂ, ਜਾਗਦਾ ਰਿਹਾ, ਹਾਏ ਰੱਬਾ ਕਰਦਾ ਰਿਹਾ। ਪਰ ਇੱਕ ਮੇਰੇ ਵਰਗਾ ਤੜਕੇ 3 ਵਜੇ ਜਾਗ ਕੇ ਕਹੇ ਜੀ ਮੈਂ ਸਵੇਰੇ ਸੁੱਤਾ ਹੀ ਰਹੇ ਦਿਨੇ, ਫਿਰ 3 ਵਜੇ ਜਾਗ ਪਏ, ਮੁੜ ਕੇ ਸੌਂ ਜਾਏ ਤੇ ਫਿਰ ਕਹੇ ਜੀ ਮੈਂ ਤੇ ਤੜਕੇ ਉੱਠਦਾ, ਬਹੁਤ ਤੜਕੇ। ਉਹ ਤਾਂ ਸੌਂ ਗਿਆ ਮੁੜ ਕੇ। ਜਾਗਣ ਦਾ ਅਰਥ ਹੈ ਹੰਕਾਰ ਤੋਂ ਮੁਕਤ ਹੋ ਜਾਣਾ। ਜਾਗਣ ਦਾ ਅਰਥ ਹੈ ਮਨ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਣਾ। ਜਾਗਣ ਦਾ ਅਰਥ ਹੈ ਪਰਮਾਤਮਾ ਦੇ ਪਿਆਰ ਵਿੱਚ ਲਿਵਲੀਨ ਹੋ ਜਾਣਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਬੀਰ ਸੂਤਾ ਕਿਆ ਕਰੇ ਬੈਠਾ ਰੋ ਅਰ ਜਾਗ। ਉਹ ਬੰਦਿਆ ਸੁੱਤਿਆਂ ਹੀ ਜ਼ਿੰਦਗੀ ਤੇਰੀ ਲੰਘਦੀ ਜਾਂਦੀ ਹੈ, ਸੁੱਤਾ ਕੀ ਕਰਦਾ? ਗੁਰਬਾਣੀ ਕਹਿੰਦੀ ਕਿ ਜਾਗ ਪਓ, ਸੁੱਤੇ ਹੋ ਤੁਸੀਂ ਜਾਗ ਪਓ। ਕੀ ਕਰਦੇ ਹੋ ਸੁੱਤੇ? ਬੈਠਾ ਰਹੋ ਅਰ ਜਾਗ। ਜਾਗਣ ਦਾ ਅਰਥ ਕੀ ਹੈ? ਜਾਗਣ ਦਾ ਮਨੋਰਥ ਕੀ ਹੈ? ਕਹਿੰਦੇ ਜਾ ਕੇ ਸੰਗ ਤੇ ਵਿਛੁਰਾ ਤਾਹੀ ਕੇ ਸੰਗ ਲਾਗ। ਉਹ ਜਿਸ ਪਰਮਾਤਮਾ ਨਾਲ ਵਿਛੜਿਆ ਹੋਇਆ ਹੈ, ਆਪਣੀ ਸੁਰਤ ਨੂੰ ਪਰਮਾਤਮਾ ਦੇ ਪਿਆਰ ਵਿੱਚ ਜੋੜ, ਉਸ ਪਰਮਾਤਮਾ ਦੇ ਪਿਆਰ ਵਿੱਚ ਜੋੜ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਮਿਲਣੀ ਹੈ। ਜਾਗਦੇ ਕਿਹੜੇ ਨੇ? ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਗਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਭ ਮਦ ਮਾਤੇ ਕੋ ਨਾ ਜਾਗ। ਭਗਤ ਸਾਹਿਬ ਜੀ ਕਹਿੰਦੇ ਜਦੋਂ ਮੈਂ ਨਜ਼ਰ ਮਾਰਦਾ ਸਾਰੇ ਸੁੱਤੇ ਪਏ ਨੇ। ਸੰਗ ਹੀ ਚੋਰ ਕਰ ਮੂਸਨ ਲਾਗ। ਬੰਦਾ ਸੌਂ ਗਿਆ ਤੇ ਸੌਣ ਦਾ ਅਰਥ ਕੀ ਹੋਇਆ ਕਿ ਚੋਰ ਲੱਗ ਗਏ ਘਰ ਨੂੰ। ਅੰਦਰ ਇਹਦਾ ਜਿਹੜਾ ਖਜ਼ਾਨਾ ਸੀ ਚੋਰਾਂ ਨੇ ਲੁੱਟ ਲਿਆ। ਜਦੋਂ ਅਸੀਂ ਧਰਤੀ ਤੇ ਆਏ ਸਾਂ ਬੜੇ ਅਮੀਰ ਸਾਂ, ਬੜੇ ਖੁਸ਼ ਸਾਂ। ਅਮੀਰੀ ਦੀ ਪਹਿਚਾਣ ਕੀ ਹੈ? ਅਮੀਰੀ ਦੀ ਪਹਿਚਾਣ ਇਹ ਨਹੀਂ ਕਿ ਵੱਡਾ ਘਰ ਹੈ। ਅਮੀਰੀ ਦੀ ਪਹਿਚਾਣ ਇਹ ਨਹੀਂ ਕਿ ਕੱਪੜੇ ਬੜੇ ਵਧੀਆ ਨੇ। ਅਮੀਰੀ ਦੀ ਪਹਿਚਾਣ ਇਹ ਨਹੀਂ ਕਿ ਬੜਾ ਵੱਡਾ ਰੁਤਬਾ ਹੈ। ਅਮੀਰੀ ਦੀ ਪਹਿਚਾਣ ਹੈ ਕਿ ਚਿਹਰੇ ਤੇ ਮੁਸਕਾਨ ਕਿੰਨੀ ਕੁ, ਖੁਸ਼ਹਾਲੀ ਕਿੰਨੀ ਕੁ ਹੈ। ਅਮੀਰੀ ਦੀ ਪਹਿਚਾਣ ਹੈ ਕਿ ਬੇਪਰਵਾਹੀ ਕਿੰਨੀ ਕੁ ਹੈ ਤੁਹਾਡੇ ਕੋਲ। ਅਮੀਰੀ ਦੀ ਪਹਿਚਾਣ ਹੈ ਕਿ ਤੁਸੀਂ ਆਤਮਿਕ ਤੌਰ ਤੇ ਕਿੰਨੇ ਕੁ ਆਨੰਦ ਵਿੱਚ ਹੋ, ਤੁਸੀਂ ਕਿੰਨਾ ਕੁ ਲੋਕਾਂ ਨਾਲ ਪਿਆਰ ਦਾ ਵਿਹਾਰ ਕਰਦੇ। ਇਹ ਅਮੀਰੀ ਹੈ। ਤੇ ਜਦੋਂ ਆਪਾਂ ਨਜ਼ਰ ਮਾਰਦੇ ਕੋਈ ਵਿਰਲਾ ਅਮੀਰ ਨਜ਼ਰ ਆਉਂਦਾ, ਨਹੀਂ ਤੇ ਸਭ ਗਰੀਬ ਹੀ ਨੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਬਚਨ ਹੈ ਕਿ ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਕੋਲ ਕੇ ਬਾਹਰੀ ਧਨ ਹੈ ਉਹ ਕੰਗਾਲ ਨਹੀਂ। ਫਕੀਰ ਦਾ ਅਰਥ ਤੇ ਕੰਗਾਲ। ਉਹਨਾਂ 'ਚ ਪਿਆਰ ਨਹੀਂ, ਨਿਮਰਤਾ ਨਹੀਂ, ਸੰਤੋਖ ਨਹੀਂ, ਦਇਆ ਨਹੀਂ, ਹਲੀਮੀ ਨਹੀਂ, ਪਰਉਪਕਾਰ ਨਹੀਂ। ਉਹ ਤੇ ਲੋਕਾਂ ਦਾ ਖੂਨ ਪੀ ਜਾਂਦੇ ਨੇ। ਦੁਨੀਆ ਦਾ ਸਭ ਕੁਝ ਪ੍ਰਾਪਤ ਕਰਕੇ ਫਿਰ ਲੋਕਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੰਦੇ। ਉਹਨਾਂ ਨੂੰ ਅਮੀਰ ਕਹੋਗੇ ਤੁਸੀਂ? ਅਮੀਰੀ ਹੈ ਜਦੋਂ ਤੁਸੀਂ ਮਨ ਵਿੱਚ ਮਨੁੱਖਤਾ ਦੇ ਪਿਆਰ ਦੇ ਨਾਲ ਭਿੱਜ ਜਾਓਗੇ, ਕਿਸੇ ਦੁੱਖ ਨੂੰ ਤੁਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਿਓਗੇ, ਉਦੋਂ ਅਮੀਰ ਹੋਵੋਗੇ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਆਏ ਸਾਨੂੰ ਰੱਬ ਨੇ ਅਮੀਰ ਬਣਾ ਕੇ ਭੇਜਿਆ, ਰਾਜੇ ਬਣਾ ਕੇ ਭੇਜਿਆ ਇਸ ਧਰਤੀ ਤੇ। ਬੰਦਾ ਤੇ ਮੰਗਤਾ ਬਣ ਗਿਆ। ਦੇਖੋ ਨਾ ਥਾਂ ਥਾਂ ਤੇ ਕਿੱਥੇ ਭੀੜਾਂ ਲੱਗੀਆਂ ਨੇ। ਉਹ ਕੋਈ ਨਾਮਦਨ ਥੋੜ੍ਹੋ ਲੈਣ ਲਈ ਜਾਂਦੇ ਨੇ, ਕੋਈ ਰੱਬ ਦਾ ਪਿਆਰ ਥੋੜ੍ਹੋ ਲੈਣ ਲਈ ਜਾਂਦੇ ਨੇ। ਹੁਣ ਕਹਿ ਦੋ ਕਿ ਉੱਥੇ 11 ਦਿਨ ਮੱਥਾ ਟੇਕਿਆ ਇਹ ਚੀਜ਼ ਮਿਲ ਜਾਏਗੀ, ਭੀੜ ਹੀ ਲੱਗ ਜਾਏਗੀ। ਕਹਿ ਦੋ ਇੱਥੇ ਨਹਾਤਿਆਂ ਇੰਨੇ ਦਿਨ ਨਹਾ ਲਓ ਤੇ ਇਹ ਚੀਜ਼ ਮਿਲ ਜਾਏਗਾ, ਭੀੜ ਲੱਗ ਜਾਏਗੀ। ਪਿਆਰ ਦੇ ਮਾਰਗ ਤੇ ਕੋਈ ਵਿਰਲੇ ਚੱਲਦੇ ਨੇ, ਭਾਗਾਂ ਵਾਲੇ ਚੱਲਦੇ ਨੇ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਰੱਬ ਨੇ ਅਮੀਰ ਬਣਾ ਕੇ ਭੇਜਿਆ ਸੀ, ਪਰ ਅਸੀਂ ਸੌਂ ਗਏ, ਅਸੀਂ ਲੁੱਟੇ ਗਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਮੁੜ ਕੇ ਅਮੀਰ ਬਣਨਾ ਨਾ, ਮੁੜ ਕੇ ਅਮੀਰ ਬਣਨਾ ਤੇ ਫਿਰ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੁ ਰਹਿ ਬਿਤ। ਜਿਵੇਂ ਕੰਮ ਪੈਂਦਾ ਹੈ, ਤੁਸੀਂ ਪਰਮਾਤਮਾ ਨੂੰ ਯਾਦ ਕਰਦੇ ਹੋ ਨਾ, ਐ ਵੇਖੋ ਕਿੰਨੀ ਸ਼ਰਧਾ ਦੇ ਨਾਲ, ਅਸੀਂ ਕਿੰਨੇ ਅਦਬ ਦੇ ਨਾਲ। ਵੱਡੇ ਵੱਡੇ ਵੀ ਹੋਣ, ਜੇ ਕਿਤੇ ਬਿਪਤਾ ਆ ਜਾਏ ਤਾਂ ਕਿੰਨੀ ਨਿਰਮਾਣਤਾ ਦੇ ਨਾਲ ਜੁੜਦੇ ਨੇ। ਜੁੜਨਾ ਚਾਹੀਦਾ, ਭਾਗਾਂ ਵਾਲੇ ਨੇ ਜਿਹੜੇ ਜੁੜਦੇ ਨੇ। ਕਹਿੰਦੇ ਐਸਾ ਸਿਮਰੋ ਨਿਤ, ਏਦਾਂ ਹਰ ਰੋਜ਼ ਪਰਮਾਤਮਾ ਨੂੰ ਪਿਆਰ ਨਾਲ ਚੇਤੇ ਕਰੋ। ਕੀ ਹੋਏਗਾ? ਅਮਰਾਪੁਰ ਬਾਸਾ ਕਰੋ ਹਰ ਗਿਆ ਬਹੁ ਰਹਿ ਬਿਤ। ਤੁਸੀਂ ਅਮਰਪੁਰੀ ਦੇ ਵਾਸੀ ਬਣ ਜਾਓਗੇ, ਜਿੱਥੇ ਕੋਈ ਗਮ ਨਹੀਂ ਹੋਏਗਾ। ਬੇਗਮਪੁਰੇ ਦੇ ਵਾਸੀ ਬਣ ਜਾਓਗੇ, ਕੋਈ ਚਿੰਤਾ ਨਹੀਂ ਹੋਏਗੀ, ਕੋਈ ਘਾਟ ਨਹੀਂ ਹੋਏਗੀ, ਕੋਈ ਦੁੱਖ ਨਹੀਂ ਹੋਏਗਾ, ਕੋਈ ਫਿਕਰ ਨਹੀਂ ਹੋਵੇਗਾ। ਅਗਲੀ ਗੱਲ, ਹਰ ਗਿਆ ਬਹੁ ਰਹਿ ਬਿਤ। ਬਿਤ ਮਿਣ ਧਨ ਦੌਲਤ। ਤੁਹਾਡੀ ਜਿਹੜੀ ਦੌਲਤ ਚੋਰਾਂ ਨੇ ਲੁੱਟ ਲਈ ਹੈ ਨਾ, ਤੁਹਾਡੇ ਅੰਦਰੋਂ ਪਿਆਰ ਖਤਮ ਹੋ ਗਿਆ, ਤੁਹਾਡੇ ਅੰਦਰੋਂ ਸੰਤੋਖ ਲੁੱਟਿਆ ਗਿਆ, ਤੁਹਾਡੇ ਅੰਦਰੋਂ ਸਹਿਜ ਖਤਮ ਹੋ ਗਿਆ, ਤੁਹਾਡੇ ਅੰਦਰੋਂ ਸਹਿਨਸ਼ੀਲਤਾ ਮਿਟ ਗਈ। ਜਦੋਂ ਤੁਸੀਂ ਪਰਮਾਤਮਾ ਦੇ ਪਿਆਰ ਜੁੜੋਗੇ, ਤੁਹਾਡਾ ਉਹ ਖਜ਼ਾਨਾ ਮੁੜ ਕੇ ਆ ਜਾਏਗਾ। ਸਾਹਿਬ ਜੀ ਕਹਿੰਦੇ ਅਸੀਂ ਤਾਂ ਲੁੱਟੇ ਗਏ, ਸੰਗ ਹੀ ਚੋਰ ਘਰ ਮੂਸਨ ਲਾਗ। ਸਭ ਦੁਨੀਆ ਸੁੱਤੀ ਪਈ ਹੈ, ਚੋਰ ਉਹਨੂੰ ਲੁੱਟੀ ਜਾ ਰਹੇ, ਮਨੁੱਖ ਨੂੰ ਪਤਾ ਹੀ ਨਹੀਂ ਹੈ ਲੁੱਟਿਆ ਜਾ ਰਿਹਾ ਹੈ। ਤੇ ਸਤਿਗੁਰੂ ਜੀ ਨੇ ਫਿਰ ਬਚਨ ਕਹਿ ਕੇ ਪੰਡਤ ਜਨ ਮਾਤੇ ਪੜ ਪੁਰਾਨ। ਪੰਡਤ ਜਨ ਜਿਹੜੇ ਨੇ ਉਹ ਵੀ ਸੌਂ ਗਏ। ਪੰਡਤ ਦਾ ਅਰਥ ਹੈ ਕਿ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ ਵੱਡੇ ਵੱਡੇ ਵਿਦਵਾਨ। ਪੰਡਤ ਕੋਈ ਇੱਕ ਸ਼੍ਰੇਣੀ ਲਈ ਨਹੀਂ ਹੈ, ਜਿਹੜਾ ਵੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਸੋਚਦਾ ਮੈਂ ਵਿਦਵਾਨ ਹਾਂ, ਉਹਨਾਂ ਦੀ ਗੱਲ ਕੀਤੀ ਹੈ। ਪੰਡਤ ਜਨ ਜਿਹੜੇ ਪੰਡਤ ਲੋਕ ਨੇ, ਵਿਦਵਾਨ ਲੋਕ ਨੇ, ਉਹ ਧਰਮ ਗ੍ਰੰਥਾਂ ਨੂੰ, ਪੁਰਾਣਾਂ ਨੂੰ, ਵੇਦਾਂ ਨੂੰ ਪੜ੍ਹ ਪੜ੍ਹ ਕੇ ਹੰਕਾਰ 'ਚ ਆ ਗਏ ਕਿ ਸਾਡੇ ਵਰਗਾ ਤੇ ਹੈ ਹੀ ਕੋਈ ਨਹੀਂ ਹੈ। ਸੌਂ ਗਏ ਉਹ ਵੀ। ਇਹ ਧਰਮ ਗ੍ਰੰਥ ਜਾਗਣ ਲਈ ਸਨ, ਬੰਦੇ ਨੇ ਸੌਣ ਲਈ ਬਣਾ ਲਏ। ਇਹ ਪਾਠ ਜਾਗਣ ਲਈ ਸਨ, ਬੰਦੇ ਨੇ ਸੌਣ ਦਾ ਸਾਧਨ ਬਣਾ ਲਿਆ। ਨੀਂਦ ਬੜੀ ਸੋਹਣੀ ਆਉਂਦੀ ਹੈ। ਸਤਿਗੁਰੂ ਜੀ ਕਹਿੰਦੇ ਪੰਡਤ ਸੌਂ ਗਏ ਧਰਮ ਗ੍ਰੰਥਾਂ ਨੂੰ ਪੜ੍ਹ ਕੇ। ਜੋਗੀ ਮਾਤੇ ਜੋਗ ਧਿਆਨ। ਵੱਡੇ ਵੱਡੇ ਜੋਗੀ ਜਿਹੜੇ ਘਰ ਬਾਹਰ ਛੱਡ ਕੇ ਨਾ, ਕਿ ਅਸੀਂ ਗ੍ਰਸਤ ਚੋਂ ਕੀ ਲੈਣਾ ਹੈ, ਦੁਨੀਆ 'ਚ ਦੁੱਖਾਂ ਦਾ ਘਰ ਹੈ, ਜਿਹੜੇ ਜੰਗਲਾਂ 'ਚ ਬੈਠੇ, ਜਿਨ੍ਹਾਂ ਨੇ ਸਰੀਰ ਤੇ ਸੁਆਹ ਮਲੀ ਹੋਈ ਹੈ, ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ ਨੇ ਕਿ ਅਸੀਂ ਤੇ ਰੱਬ ਦੇ ਨਾਲ ਹੀ ਜੋੜਨਾ, ਯੋਗ ਪ੍ਰਾਪਤ ਕਰਨੇ। ਯੋਗ ਦਾ ਅਰਥ ਹੈ ਜੁੜਨਾ। ਧਿਆਨ ਜੋੜ ਜੋੜ ਕੇ ਬੈਠੇ ਨੇ, ਉਹ ਵੀ ਸੌਂ ਗਏ। ਉਹਨਾਂ ਨੂੰ ਹੰਕਾਰ ਆ ਗਿਆ ਕਿ ਸਾਡੇ ਵਰਗਾ ਤੇ ਹੈ ਹੀ ਕੋਈ ਨਹੀਂ। ਜੇ ਸੁੱਤਿਆਂ ਦੀ ਗੱਲ ਦੇਖਣੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ, ਬਾਣੀ ਪੜ੍ਹ ਕੇ ਦੇਖੋ, ਕਿੱਦਾਂ ਸੁੱਤੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਨੀਵਿਆਂ ਦਰਸਾਉਣ ਦੇ ਲਈ ਕਿੰਨੇ ਯਤਨ ਕਰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋਗੀਆਂ ਨੂੰ ਆਪਣੇ ਯੋਗ ਦਾ ਅਹੰਕਾਰ ਹੋ ਗਿਆ, ਮਸਤ ਹੋ ਗਏ, ਉਹ ਵੀ ਸੌਂ ਗਏ। ਜਾਗਣਾ ਸੀ ਪਰ ਸੌਂ ਗਏ। ਸੰਨਿਆਸੀ ਮਾਤੇ ਅਹੰਮੇਵ। ਸੰਨਿਆਸੀ ਮਤ ਹੈ ਆਪਣੇ ਮੁਲਕ ਦੀ ਧਰਤੀ ਵਿੱਚ ਇੱਕ ਰੋਡੇ ਭੋੜੇ ਜੇ ਸਾਧੂ ਹੁੰਦੇ ਨੇ, ਸੰਨਿਆਸ ਲੈ ਲੈਂਦੇ ਲੋਕ, ਉਹ ਵੀ ਅਹੰਕਾਰ 'ਚ ਮਸਤ ਹੋ ਗਏ, ਸੌਂ ਗਏ। ਉਹਨਾਂ ਨੂੰ ਆਪਣੇ ਸੰਨਿਆਸ ਮਤ ਦਾ ਹੀ ਦੇਖੋ ਨਾ। ਧਾਰਮਿਕ ਬੰਦੇ ਭਾਵੇਂ ਕਿਸੇ ਮਤ ਦੇ ਹੋਣ, ਕਿਸੇ ਭੇਖ ਦੇ ਹੋਣ, ਧਰਮੀ ਮਨੁੱਖ ਦਾ ਤੇ ਧਰਮੀ ਨਾਲ ਪਿਆਰ ਹੋਣਾ ਚਾਹੀਦਾ। ਇੱਕ ਸੰਨਿਆਸੀ ਜੋਗੀ ਨੂੰ ਦੇਖ ਕੇ ਪ੍ਰਸੰਨ ਹੋਏ, ਜੋਗੀ ਪੰਡਤ ਨੂੰ ਦੇਖ ਕੇ ਪ੍ਰਸੰਨ ਹੋਏ, ਪੰਡਤ ਕਿਸੇ ਸਾਧੂ ਨੂੰ ਦੇਖ ਕੇ ਪ੍ਰਸੰਨ ਹੋਏ, ਸਾਧੂ ਕਿਸੇ ਦੂਜੇ ਬੰਦੇ ਨੂੰ ਦੇਖ ਕੇ ਪ੍ਰਸੰਨ ਹੋਏ, ਕਿਉਂਕਿ ਸਾਰਿਆਂ ਦਾ ਮਕਸਦ ਤੇ ਰੱਬ ਨੂੰ ਮਿਲਣਾ।
ਫਿਰ ਜੋਗੀ ਕਹਿੰਦਾ ਮੇਰੇ ਵਰਗਾ ਮਤ ਕੋਈ ਨਹੀਂ। ਸੰਨਿਆਸੀ ਕੀ ਜਿਹਨੇ ਸੰਨਿਆਸੀ ਕਹਿੰਦਾ ਪੰਡਤ ਕੀ ਜਿਹਨੇ ਪੰਡਤ ਕਹਿੰਦਾ ਇਹ ਕੀ ਚੀਜ਼ ਜਿਹਨੇ ਮੈਂ ਕਹਿੰਦਾ ਤੁਸੀਂ ਕੀ ਚੀਜ਼ ਹੋਏ ਤੇ ਸੁੱਤੇ ਹੋਏ ਨੇ ਸਾਰੇ। ਸਤਿਗੁਰੂ ਜੀ ਕਹਿੰਦੇ ਸੰਨਿਆਸੀਆਂ ਨੂੰ ਵੀ ਹੰਕਾਰ ਆ ਗਿਆ ਆਪਣੇ ਸੰਨਿਆਸ ਦਾ, ਉਹ ਵੀ ਮਸਤ ਹੋ ਗਏ, ਸੌਂ ਗਏ। ਉਹ ਵੀ ਤਪਸੀ ਮਾਤੇ ਤਪ ਕਹਿ ਭੇਵ ਤਪਸਵੀ, ਜਿਹੜੇ ਤਪ ਕਰਦੇ ਨੇ ਧੂੜੀਆਂ ਤਾ ਕੇ ਬੈਠੇ ਨੇ, ਭੁੱਖਿਆਂ ਬੈਠੇ ਨੇ, ਕੋਈ ਪੁੱਠਾ ਲਟਕਿਆ ਹੈ, ਕੋਈ ਪਾਣੀ 'ਚ ਖੜਾ ਹੈ, ਕੋਈ ਕਿਤੇ ਖੜਾ ਹੈ, ਸਰੀਰ ਨੂੰ ਕਸ਼ਟ ਦਿੰਦੇ ਤਪ ਕਰਨ ਵਾਲੇ ਜਿਹੜੇ ਨੇ। ਕਈ ਕਈ ਦਿਨ ਚਲੀਸੇ ਕੱਢਦੇ ਨੇ, ਭੋਰਿਆਂ 'ਚ ਬੈਠਦੇ ਨੇ ਤਪਸਵੀ, ਭੁੱਖਣ ਭਾਣੇ ਰਹਿ ਕੇ। ਉਹ ਕਹਿੰਦੇ ਜੀ ਸਾਨੂੰ ਤੇ ਤਪ ਦਾ ਗਿਆਨ ਹੀ ਬੜਿਆ। ਤਪ ਕੇ ਭੇਵ, ਭੇਵ ਮੈਨਾ ਭੇਤ। ਸਾਨੂੰ ਤਪ ਕਰਨ ਦੀ ਬੜੀ ਜੁਗਤੀ, ਕਿਵੇਂ ਤਪ ਕਰਨਾ, ਕਿੰਨੀਆਂ ਧੂਣੀਆਂ ਲਾਉਣੀਆਂ ਨੇ, ਕਿਸ ਤਰ੍ਹਾਂ ਦੀ ਅੱਗ ਬਾਲਣੀ ਹੈ, ਕਿਸ ਤਰ੍ਹਾਂ ਦੀ ਗੋਹੇ ਰੱਖਣੇ ਨੇ, ਸਾਨੂੰ ਬੜਾ ਭੇਤ ਹੈ। ਉਹ ਜਿਹੜੇ ਤਪਸਵੀ ਨੇ ਉਹ ਤਪ ਦੇ ਹੰਕਾਰ 'ਚ ਹੀ ਸੌਂ ਗਏ। ਅਸੀਂ ਤੇ ਬਹੁਤ ਕੁਝ ਜਾਣਦੇ ਹਾਂ। ਸਤਿਗੁਰੂ ਜੀ ਕਹਿੰਦੇ ਸਭ ਮਦ ਮਾਤੇ ਕੋ ਨਾ ਜਾਗ, ਸਭ ਮਸਤੀ ਵਿੱਚ ਮਸਤ, ਹੰਕਾਰ 'ਚ ਮਸਤ ਤੁਰੇ ਫਿਰਦੇ ਨੇ, ਕੋਈ ਜਾਗਦਾ ਨਹੀਂ। ਕਿਤੇ ਨਜ਼ਰ ਮਾਰ ਲਓ, ਧਰਮ ਸਥਾਨਾਂ ਤੇ ਬਹੁਤੇ ਲੋਕ ਸੁੱਤੇ ਪਏ ਨੇ, ਮਤਾਂ ਸੋਚਣਾ ਉੱਥੇ ਜਾਗਦੇ ਨੇ। ਹੰਕਾਰ ਹੈ, ਗੁਰੂ ਕੋਲ ਬੈਠ ਕੇ ਹੰਕਾਰ ਹੈ, ਸੁੱਤੇ ਪਏ ਨੇ। ਸੰਗ ਹੀ ਚੋਰ ਘਰ ਮੂਸਨ ਲਾਗ, ਤੇ ਇਹ ਸੌਣ ਦਾ ਨਤੀਜਾ ਇਹ ਹੋਇਆ ਕਿ ਘਰ 'ਚ ਚੋਰ ਲੱਗ ਗਏ। ਚੋਰਾਂ ਨੇ ਘਰ ਲੁੱਟ ਲਿਆ, ਲੁੱਟੀ ਜਾ ਰਹੇ ਨੇ, ਬੰਦੇ ਨੂੰ ਪਤਾ ਹੀ ਨਹੀਂ, ਸੁੱਤਾ ਪਿਆ ਨੇ। ਸੁੱਤੇ ਬੰਦੇ ਨੂੰ ਕੀ ਪਤਾ ਲੱਗਣਾ। ਗੁਰਬਾਣੀ ਪੈਂਦੀ ਜਾਗ ਪਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਘਰ ਲਾਗੇ ਚੋਰ, ਘਰ ਲਾਗੇ ਆਗ, ਘਰ ਨੂੰ ਅੱਗ ਲੱਗ ਜਾਏ ਤੇ ਜਾਗ ਕੇ ਜਿੰਨੀ ਵੀ ਥੋੜੀ ਬਹੁਤੀ ਬਚਾ ਲਓ, ਕੋਈ ਸਮਾਨ ਬਚਾ ਲਓ ਤੇ ਭਲਾ ਹੀ ਹੈ ਨਾ। ਘਰ ਨੂੰ ਚੋਰ ਲੱਗ ਗਏ, ਜਾਗ ਆ ਗਈ ਅਚਨਚੇਤ, ਚਲੋ ਜੋ ਚੋਰੀ ਹੋ ਗਿਆ, ਬਾਕੀ ਜਿਹੜਾ ਬਚ ਗਿਆ ਤੇ ਭਲਾ ਹੀ ਹੈ ਨਾ। ਕਹਿਣਗੇ ਬਿਲਕੁਲ ਇਸੇ ਤਰੀਕੇ ਦੇ ਨਾਲ ਬੇੜੀ ਡੁੱਬ ਰਹੀ ਹੈ, ਜੋ ਕੁਝ ਜਲਦੀ ਨਾਲ ਵਿੱਚੋਂ ਬਚਾਇਆ ਸਕਦਾ ਬਚਾ ਲਓ ਭਾਈ, ਬਾਅਦ 'ਚ ਪਛਤਾਉਣਾ ਹੀ ਪਵੇਗਾ ਨਾ। ਕਹਿਣਗੇ ਸਾਡੀ ਜ਼ਿੰਦਗੀ ਸੁੱਤਿਆਂ ਲੰਘ ਗਈ, ਹੰਕਾਰ 'ਚ, ਵਿਕਾਰਾਂ 'ਚ, ਔਗਣਾਂ 'ਚ। ਹੁਣ ਵੀ ਜਾਗ, ਜੇ ਹੁਣ ਵੀ ਨਾ ਜਾਗੇ ਤੇ ਬਾਅਦ ਵਿੱਚ ਪਛਤਾਉਣਾ ਪਏਗਾ। ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਘਰੀ ਘਰੀ ਟੇਰ ਘਰਿਆਰ ਸੁਨਾਏ ਸੰਦੇਸ਼ੋ, ਪਹਿਰ ਪਹਿਰ ਪੁਣ ਪੁਣ ਸਮਝਾਏ ਹੈ। ਘੜਿਆਲ ਜਿਹੜਾ ਵੱਜਦਾ ਘੜੀ ਬਾਅਦ ਟਿਕ ਟਿਕ ਹੁੰਦੀ ਹੈ, ਘੜਿਆਲ ਜਿਹੜਾ ਵੱਜਦਾ ਉਹ ਕੁਝ ਸਮਝਾਉਂਦਾ, ਜਾਗੋ, ਰਾਤ ਲੰਘ ਚੱਲੀ ਜਾਗੋ। ਪਰ ਬੰਦਾ ਨਹੀਂ ਜਾਗਦਾ ਬਾਤ ਸੁਣ ਕੇ। ਜੈਸੇ ਜੈਸੇ ਬੇਲੀ ਪਾਣੀ ਪਰ ਬੂਢਤ ਹੈ, ਪੂਰਨ ਹੋਏ ਪਾਪਨ ਕੀ ਨੌਕਾ ਹਰਾਏ ਹੈ। ਪੁਰਾਣੇ ਸਮਿਆਂ 'ਚ ਇੱਕ ਪਾਣੀ ਦੀ ਘੜੀ ਹੁੰਦੀ ਸੀ, ਕੌਲੀ 'ਚ ਪਾਣੀ ਮੋਰੀ ਕਰ ਦੇਣੀ, ਪਾਣੀ ਦੇ ਕਿਸੇ ਬਰਤਨ ਰੱਖ ਦੇਣਾ, ਜਦੋਂ ਕੌਲੀ ਡੁੱਬ ਜਾਣੀ ਕਹਿਣਾ ਜੀ ਬਸ ਇੰਨਾ ਟਾਈਮ ਹੋ ਗਿਆ, ਇੰਨਾ ਸਮਾਂ ਪਾਸ ਹੋ ਗਿਆ। ਉਹ ਡੁੱਬਦੀ ਕੌਲੀ ਕੁਝ ਸਮਝਾਉਂਦੀ, ਬੰਦਿਆ ਤੇਰੀ ਬੇੜੀ ਪਾਪਾਂ ਨਾਲ ਭਰ ਕੇ ਡੁੱਬ ਰਹੀ ਹੈ, ਜਾਗ ਪੈ, ਬਚਾ ਲੈ ਇਹਨੂੰ। ਪਰ ਬੰਦਾ ਕੌਲੀ ਨੂੰ ਦੇਖ ਕੇ ਵੀ ਨਹੀਂ ਸਮਝਦਾ। ਚਾਰੋਂ ओर शोर ਪਹਿਰੂਆ ਪੁਕਾਰ ਹਾਰੇ, ਚਾਰੋਂ ਪੈਰ ਸੋਵਤੇ ਅਚੇਤ ਨਲ ਜਾਏ ਹੈ। ਘੜਿਆਲ ਦੀ ਆਵਾਜ਼ ਸੁਣ ਕੇ ਨਹੀਂ ਜਾਗਿਆ। ਆਪਾਂ ਦੇਖਦੇ ਆ ਨਾ, ਘੜੀਆਂ ਕੰਧ ਤੇ ਵੀ ਲੱਗੀਆਂ ਹੁੰਦੀਆਂ ਨੇ, ਸਾਡੇ ਗੁੱਟ ਤੇ ਘੜੀਆਂ ਨੇ, ਸਾਡੇ ਫੋਨ ਵਿੱਚ ਘੜੀਆਂ ਨੇ, ਬੰਦਾ ਫਿਰ ਵੀ ਟਾਈਮ ਤੋਂ ਲੇਟ ਹੀ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਘੜੀ ਟਾਈਮ ਦੇਖਣ ਲਈ ਨਹੀਂ ਹੈ, ਘੜੀ ਤੇ ਲੋਕਾਂ ਨੂੰ ਦਿਖਾਉਣ ਲਈ ਹੈ। ਮਹਿੰਗੇ ਤੋਂ ਮਹਿੰਗੀ ਘੜੀ ਰਾਡੋ ਵਰਗੀ ਲੈ ਕੇ ਬੰਦਾ ਬੰਨ ਕੇ ਨਾ ਸੋਚਦਾ ਕਿ ਮੈਂ ਬੜਾ ਅਮੀਰ ਹੋ ਗਿਆ। ਉਹ ਘੜੀ ਟਾਈਮ ਦੇਖਣ ਲਈ ਨਹੀਂ ਹੈ। ਟਾਈਮ ਦਾ ਤੇ ਪਾਬੰਦੀ ਕੋਈ ਨਹੀਂ ਆਪਣੇ ਮੁਲਕ ਅੰਦਰ। ਟਾਈਮ ਦੇ ਪਾਬੰਦ ਨਹੀਂ ਤੇ ਘੜੀ ਦਾ ਅਰਥ ਹੀ ਕੀ ਹੈ? ਇਹਦਾ ਮਤਲਬ ਕਿ ਸੁੱਤਾ ਬੰਦਾ ਘੜੀ ਬਣ ਕੇ ਸੌਂ ਗਿਆ, ਘੜੀ ਨੂੰ ਦੇਖ ਕੇ ਵੀ ਨਹੀਂ ਜਾਗਦਾ ਕਿ ਟਾਈਮ ਕਿੰਨਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਾਹਿਬ ਜੀ ਕਹਿੰਦੇ ਨੇ, ਜਦੋਂ ਇਹ ਕੁਝ ਨੂੰ ਨਾ ਦੇਖ ਕੇ ਜਾਗਿਆ ਤਾਂ ਫਿਰ ਪਹਿਰੇਦਾਰ ਇੱਕ ਹੁੰਦਾ ਹੈ ਮਹੱਲੇ ਵਿੱਚ। ਪਹਿਰੇਦਾਰ ਕਹਿੰਦਾ ਜਾਗੋ, ਜਾਗ ਪਾਓ। ਬੰਦਾ ਪਹਿਰੇਦਾਰ ਦੀ ਆਵਾਜ਼ ਸੁਣ ਕੇ ਨਹੀਂ ਜਾਗਦਾ, ਕਈ ਤੇ ਖਿਝ ਹੀ ਜਾਂਦੇ ਨੇ ਕਿ ਇਹ ਸੌਣ ਨਹੀਂ ਦਿੰਦਾ। ਚਾਰੋਂ ओर ਸ਼ੋਰ, ਚਾਹ ਸਵੇਰੇ ਆਪਾਂ ਦੇਖਦੇ ਰੱਬ ਨੇ ਸਾਨੂੰ ਜਗਾਉਣ ਦੇ ਲਈ ਬਹੁਤ ਕੁਝ ਬਣਾਇਆ। ਪਾਣੀ ਚੱਲ ਰਿਹਾ ਹੈ, ਉਹ ਦੱਸ ਰਿਹਾ ਕਿ ਜਿਹੜਾ ਪਾਣੀ ਲੰਘ ਗਿਆ ਮੁੜ ਕੇ ਵਾਪਸ ਨਹੀਂ ਆਉਣਾ, ਜਿਹੜੀ ਜ਼ਿੰਦਗੀ ਲੰਘੀ ਵਾਪਸ ਨਹੀਂ ਆਉਣੀ, ਇਹ ਜਗਾਉਣ ਲਈ ਹੈ। ਰੁੱਤਾਂ ਜਾਂਦੀਆਂ ਨੇ, ਦਿਨ ਰਾਤ ਜਾਂਦੇ ਨੇ, ਜਗਾਉਣ ਲਈ ਹੈ। ਬੰਦਾ ਨਹੀਂ ਸਮਝਦਾ। ਗੁਰੂ ਕਾ ਗਿਆਨ ਜਗਾਉਣ ਲਈ ਹੈ। ਬੰਦੇ ਨੇ ਗੁਰੂ ਕੇ ਗਿਆਨ ਨੂੰ ਵੀ ਸੌਣ ਦਾ ਹੀ ਸਾਧਨ ਬਣਾ ਲਿਆ, ਬੰਦਾ ਨਹੀਂ ਜਾਗਦਾ। ਤੇ ਭਾਈ ਸਾਹਿਬ ਜੀ ਕਹਿੰਦੇ ਤਾਮਰ ਚੂੜ ਸ਼ਬਦ ਸੁਨਤ ਉਘਾਰ ਆਂਖੇ, ਬੇਨ ਪ੍ਰਿਆ ਪ੍ਰੇਮ ਰਾਤੇ ਪਾਛੇ ਪਛਤਾਏ ਹੈ। ਤਾਮਰ ਮੈਣਾ ਹਨੇਰਾ, ਚੂੜ ਮੈਣਾ ਹਨੇਰੇ ਨੂੰ ਚੱਕਣਾ ਚੂਰ ਕਰਨ ਵਾਲਾ। ਤਾਮਰ ਚੂੜ ਦਾ ਅਰਥ ਹੈ ਕੁੱਕੜ, ਸੰਸਕ੍ਰਿਤ ਦਾ ਲਫ਼ਜ਼ ਹੈ ਤਾਮਰ ਚੂੜ। ਕੁੱਕੜ ਦੀ ਆਵਾਜ਼ ਸੁਣ ਕੇ ਜਾਗ ਪਿਆ। ਕੁੱਕੜ
ਭਾਵ ਕਿ ਹੁਣ ਤੇ ਚਿੱਟੇ ਵਾਲ ਆ ਗਏ, ਧੌਲੇ ਵਾਲ ਆ ਗਏ। ਕੁੱਕੜ ਬੱਗਾ ਹੀ ਗਿਣਦੇ ਨੇ, ਕਹਿੰਦੇ ਕਿੰਨੇ ਚਿਰਾਂ ਬਾਅਦ ਮਿਲਿਆ ਐ, ਬੱਗਾ ਕੁੱਕੜ ਬਣ ਗਿਆ ਹੈ। ਤਾਂ ਅਮਰਚੂੜ ਦਾ ਅਰਥ ਹੈ ਕੁੱਕੜ। ਹੁਣ ਤੇ ਬੁਢੇਪਾ ਆ ਗਿਆ, ਵਾਲ ਚਿੱਟੇ ਹੋ ਗਏ, ਹੁਣ ਹੀ ਜਾਗ ਪਾ। ਕਈ ਬੰਦੇ ਕਹਿੰਦੇ ਵਾਲ ਆਉਣ ਹੀ ਨਹੀਂ ਦੇਣੇ ਆਪਾਂ ਚਿੱਟੇ, ਇਹਨਾਂ ਨੂੰ ਕਾਲੇ ਕਰ ਲਓ, ਕੋਈ ਗੱਲ ਨਹੀਂ। ਇਹ ਚਿੱਟੇ ਵਾਲ ਕੋਈ ਪੈਗਾਮ ਲੈ ਕੇ ਆਉਂਦੇ ਨੇ, ਕੋਈ ਸਮਝਾਉਂਦੇ ਨੇ, ਬੰਦਿਆ ਤੇਰੀ ਉਮਰ ਹੁਣ ਲੰਘ ਗਈ, ਤੂੰ ਹੁਣ ਬੁੱਢਾ ਹੋ ਗਿਆ, ਸੁਚੇਤ ਹੋ ਜਾ, ਹੁਣ ਰਾਤ ਆਉਣ ਵਾਲੀ ਹੈ। ਲੇਕਿਨ ਬੰਦਾ ਜਿਹੜਾ ਨਾ ਜਾਗਦਾ ਹੀ ਨਹੀਂ। ਕਹਿਣਗੇ ਜੇ ਹੁਣ ਵੀ ਨਾ ਜਾਗਿਆ ਫਿਰ ਤੈਨੂੰ ਪਛਤਾਉਣਾ ਪਏਗਾ। ਗੁਰਬਾਣੀ ਨੇ ਡਰਾਇਆ ਨਹੀਂ, ਸਮਝਾਇਆ ਹੈ ਕਿ ਹੁਣ ਹੀ ਜਾਗ ਪਓ, ਕੋਈ ਗੱਲ ਨਹੀਂ, ਪਹਿਲਾਂ ਸੁੱਤਿਆਂ ਜ਼ਿੰਦਗੀ ਲੰਘ ਗਈ, ਕੋਈ ਗੱਲ ਨਹੀਂ, ਉਹ ਜਿਹੜੀ ਲੰਘ ਗਈ ਉਹ ਤੇ ਵਾਪਸ ਨਹੀਂ ਆਉਣੀ, ਪਰ ਹੁਣ ਹੀ ਜਾਗ ਪਾਓ। ਜੇ ਹੁਣ ਵੀ ਨਾ ਜਾਗੇ ਫਿਰ ਝੂਰਨਾ ਪਏਗਾ, ਘਰ ਲੁੱਟਿਆ ਜਾਏਗਾ, ਖਾਲੀ ਰਹਿ ਜਾਓਗੇ। ਤੇ ਕੌਣ ਕੌਣ ਜਾਗੇ ਹੈ? ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਰਹਾਉ ਤੋਂ ਬਾਅਦ ਕਿ ਜਾਗੇ ਸੁਖ ਦਿਵਾਰ ਆਕੂਰ। ਬੀਤ ਚੁੱਕੇ ਸਮੇਂ 'ਚ ਬੜੇ ਬੜੇ ਮਹਾਨ ਲੋਕ ਹੋਏ ਨੇ, ਬੜੀਆਂ ਭਗਤੀ ਵਾਲੀਆਂ ਆਤਮਾ ਹੋਈਆਂ ਨੇ, ਜਿਨ੍ਹਾਂ ਦਾ ਪੂਰਾ ਇਤਿਹਾਸ ਸਾਡੇ ਤੱਕ ਪਹੁੰਚਿਆ ਨਹੀਂ ਹੈ। ਉਹਨਾਂ ਦੇ ਨਾਲ ਕਈ ਕਪੋਲ ਕਲਪਨਾ ਦੀਆਂ ਕਹਾਣੀਆਂ ਜੁੜ ਗਈਆਂ, ਤੇ ਉਹਨਾਂ ਦਾ ਜੋ ਅਸਲੀ ਜੀਵਨ ਹੈ ਜਾਂ ਅਸਲੀ ਮਹਾਨਤਾ ਹੈ, ਉਹਨਾਂ ਨੂੰ ਦੁਨੀਆ ਦੇ ਲੋਕ ਸਮਝ ਨਾ ਸਕੇ। ਕਹਿਣ ਲੱਗੇ ਸੁਖਦੇਵ ਮੁਨੀ ਹੋਇਆ, ਬਿਆਸ ਦਾ ਇੱਕ ਪੁੱਤਰ ਹੈ ਸੁਖਦੇਵ, ਉਹ ਜਾਗਿਆ, ਸੁਚੇਤ ਸੀ, ਗਿਆਨੀ ਸੀ, ਉਹ ਜਾਗ ਪਿਆ। ਆਕੂਰ, ਆਕੂਰ ਜਿਹੜਾ ਹੈ ਇਹ ਵੀ ਇੱਕ ਭਗਤ ਹੋਇਆ ਹੈ। ਇਹ ਕੰਸ ਦਾ ਭਰਾ ਸੀ, ਕ੍ਰਿਸ਼ਨ ਜੀ ਦਾ ਮਾਮਾ ਸੀ। ਇਹ ਵੀ ਰੱਬੀ ਪਿਆਰ ਵਾਲਾ ਸੀ, ਭਗਤ ਸੀ। ਹੁਣ ਇਹਨਾਂ ਭਗਤਾਂ ਦੀਆਂ ਜਾਂ ਇਵੇਂ ਕਹਿ ਲਓ ਗਾਥਾਵਾਂ ਸਾਡੇ ਤੱਕ ਕੋ ਬਹੁਤੀਆਂ ਮੌਜੂਦ ਨਹੀਂ ਹੈ, ਪਰ ਇਹ ਰੱਬ ਦੇ ਪਿਆਰੇ ਸਨ, ਭਗਤ ਸਨ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੁਖਦੇਵ ਜਾਗਿਆ ਸੀ, ਆਕੂਰ ਜਾਗਿਆ ਸੀ, ਔਰ ਇੱਥੇ ਬਸ ਨਹੀਂ ਜਾਗੈ ਹਣਵੰਤ ਜਾਗੇ ਧਰ ਲਾਕੂ ਲੰਕੂਰ। ਹਣਵੰਤ ਮੈਂ ਨਾ ਹਨੂਮਾਨ। ਹੁਣ ਹਨੂਮਾਨ ਜੀ ਦੇ ਪ੍ਰਥਾਏ ਬਹੁਤ ਸਾਰੀਆਂ ਕਹਾਣੀਆਂ ਉਵੇਂ ਆਪਾਂ ਸੁਣਦੇ ਹਾਂ, ਲੇਕਿਨ ਹਨੂਮਾਨ ਜੀ ਬਹੁਤ ਵੱਡੇ ਰੱਬ ਦੇ ਭਗਤ ਸਨ, ਪ੍ਰਭੂ ਦੀ ਬੰਦਗੀ ਕਰਨ ਵਾਲੇ ਸਨ। ਉਹਨਾਂ ਦਾ ਉਹ ਅਸਲਾ ਜਿਹੜਾ ਬੰਦਗੀ ਵਾਲਾ ਪੱਖ ਹੈ ਨਾ, ਬੰਦਗੀ ਵਾਲਾ ਭਾਵ, ਉਹ ਜਿਹੜਾ ਪੂਰਨ ਤੌਰ ਤੇ ਲੋਕਾਂ ਤੱਕ ਨਹੀਂ ਪਹੁੰਚਿਆ, ਚਾਹੀਦਾ ਤੇ ਸੀ ਪਹੁੰਚਾਉਣਾ। ਪਰ ਹੋਰ ਬੜੀਆਂ ਕਹਾਣੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਗਥਾਵਾਂ ਜੁੜੀਆਂ ਹੋਈਆਂ ਨੇ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨੂਮਾਨ ਜਾਗਦਾ ਸੀ, ਉਹਦੇ ਅੰਦਰ ਰੱਬ ਦਾ ਪਿਆਰ ਸੀ, ਰੱਬ ਦੀ ਬੰਦਗੀ ਕਰਨ ਵਾਲਾ ਸੀ। ਧਰ ਲੰਕੂਰ, ਲੰਕੂਰ ਦਾ ਅਰਥ ਹੁੰਦਾ ਲਾਂਗੁਲ। ਲਾਂਗੁਲ ਜਿਹੜਾ ਸੰਸਕ੍ਰਿਤ ਦਾ ਲਫ਼ਜ਼ ਹੈ, ਲਾਂਗੁਲ ਕਹਿੰਦੇ ਪੂਛ ਨੂੰ, ਜਿਹਨੇ ਕਹਿੰਦੇ ਪੂਛ ਧਾਰਨ ਕੀਤੀ ਸੀ। ਹੁਣ ਦਰਅਸਲ ਹਨੂਮਾਨ ਜੀ ਕੋ ਪੂਛ ਵਾਲੇ ਤੇ ਨਹੀਂ ਸਨ। ਬਾਨਰ ਜਾਤੀ ਦਾ ਅਰਥ ਕਿ ਵਨਾਂ ਵਿੱਚ ਰਹਿਣ ਵਾਲੀ ਜਿਹੜੀ ਜਾਤੀ, ਬਾਨਰ ਦਾ ਅਰਥ ਬਾਂਦਰ ਨਹੀਂ ਹੈ, ਬਾਨਰ ਦਾ ਅਰਥ ਵਨ ਵਿੱਚ ਰਹਿਣ ਵਾਲੇ ਲੋਕ ਜਿਹੜੇ ਸਨ, ਬਾਨਰ ਜਾਤੀ। ਹੁਣ ਆਪਣੇ ਸ਼ਹਿਰ 'ਚ ਕਈ ਨੇ ਜਿਨ੍ਹਾਂ ਦੀ ਕਾਸ਼ਟ ਦਾਨਵ ਹੈ, ਦਾਨਵ ਬਹੁਤ ਨੇ ਆਪਣੇ ਸ਼ਹਿਰ। ਦਾਨਵ, ਦਾਨਵ ਦਾ ਅਰਥ ਦੈਂਤ ਨਹੀਂ ਹੁੰਦਾ, ਇਹ ਤੇ ਇੱਕ ਜਾਤੀ ਹੈ ਮਨੁੱਖ ਦੀ। ਦਾਨਵ ਜਾਤਰੀ ਸਾਊਥ ਵਿੱਚ ਬੜੀ ਹੈ। ਰਾਵਣ ਉਹਨਾਂ ਚੋਂ ਸੀ, ਤੇ ਅਸੀਂ ਕਹਿੰਦੇ ਰਾਵਣ ਰਾਖ ਸੀ, ਉਹ ਤੇ ਦੈਂਤ ਸੀ। ਇਨਸਾਨ ਸੀ, ਉਹ ਵੀ ਬੜਾ ਵੱਡਾ ਪੰਡਤ ਸੀ, ਬੜਾ ਵੱਡਾ ਵਿਦਵਾਨ ਸੀ, ਬੜਾ ਵੱਡਾ ਗਿਆਨੀ ਸੀ, ਬਹੁਤ ਵੱਡਾ ਟੈਕਨੋਲੋਜੀ ਵਿੱਚ ਬੜਾ ਸਿਆਣਾ ਸੀ। ਪਰ ਇੱਕ ਸੋਚ ਨੇ ਨਾ ਉਹਨੂੰ ਦੈਂਤ ਬਣਾ ਕੇ ਪੇਸ਼ ਕਰਤਾ। ਉਹ ਦੈਂਤ ਸੀ, ਉਹ ਦੈਂਤ ਨਹੀਂ ਸੀ, ਉਹ ਬਹੁਤ ਵਿਦਵਾਨ ਸੀ, ਸਾਧੂ ਸੀ ਉਹ ਦਰਅਸਲ। ਇਸ ਤਰ੍ਹਾਂ ਹਨੂਮਾਨ ਜੀ ਕੋਈ ਬਾਂਦਰ ਨਹੀਂ ਸਨ। ਇਸ ਭਾਵਨਾ ਨੂੰ ਦਰਅਸਲ ਸਮਝਿਆ ਨਹੀਂ ਗਿਆ, ਸਮਝਾਇਆ ਨਹੀਂ ਗਿਆ। ਇਹਨੂੰ ਖੋਜ ਦੀ ਲੋੜ ਹੈ, ਕਿਉਂਕਿ ਕਬੀਰ ਸਾਹਿਬ ਜੀ ਕਹਿੰਦੇ ਹਨੂਮਾਨ ਬਹੁਤ ਵੱਡੇ ਰੱਬ ਦੇ ਭਗਤ ਨੇ, ਜਾਗਦੇ ਸਨ, ਸੁਚੇਤ ਸਨ, ਸਾਵਧਾਨ। ਇੱਥੇ ਬਸ ਨਹੀਂ ਜਾਗੈ ਸ਼ੰਕਰ ਜਾਗੈ ਚਰਨ ਸੇਵ। ਸ਼ੰਕਰ ਦਾ ਅਰਥ ਹੈ ਸ਼ਿਵ ਜੀ। ਸ਼ਿਵ ਜੀ ਪਰਮਾਤਮਾ ਦੇ ਬਹੁਤ ਵੱਡੇ ਭਗਤ ਸਨ, ਜਾਗਦੇ ਸਨ, ਪ੍ਰਭੂ ਦੀ ਚਰਨਾਂ ਦੀ ਸੇਵਾ ਕਰਦੇ ਸਨ। ਦੇਖੋ ਪਰਮਾਤਮਾ ਜੂਨਾ ਜਨਮਾਂ 'ਚ ਨਹੀਂ ਆਉਂਦਾ। ਸੋ ਮੁਖ ਜਲੈ ਜਿਤ ਕਹੇ ਠਾਕੁਰ ਜੋਨੀ। ਜਿਹੜਾ ਕਹਿੰਦਾ ਕਿ ਰੱਬ ਜੰਮਿਆ ਕਿਸੇ ਦੇ ਘਰ 'ਚ, ਰੱਬ ਦੁਖੀ ਹੋ ਗਿਆ, ਰੱਬ ਮਰ ਗਿਆ, ਉਹ ਮੂੰਹ ਸੜ ਜਾਣਾ ਚਾਹੀਦਾ। ਰੱਬ ਆਜੂਨੀ ਹੈ, ਰੱਬ ਅਕਾਲ ਮੂਰਤ ਹੈ। ਹੁਣ ਸ਼ਰਧਾਲੂਆਂ ਨੇ ਕੀ ਬਣਾਇਆ ਹੈ? ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸ਼ੰਕਰ ਸ਼ਿਵ ਜੀ ਜਾਗਦੇ ਨੇ, ਰੱਬ ਦੇ ਬੜੇ ਪਿਆਰੇ ਨੇ, ਰੱਬ ਦੀ ਬੰਦਗੀ ਕਰਨ ਵਾਲੇ ਨੇ। ਪਰ ਉਹਨਾਂ ਦੀਆਂ ਰੱਬ ਦੀਆਂ ਬੰਦਗੀ ਦੀਆਂ ਗਥਾਵਾਂ ਜਾਂ ਆਤਮਿਕ ਪੱਖ ਦੀਆਂ ਗਥਾਵਾਂ ਤੇ ਬਹੁਤ ਘੱਟ ਸਾਡੇ ਤੱਕ ਪਹੁੰਚੀਆਂ ਨੇ। ਉਹਨਾਂ ਦੀ ਗੁੱਸੇ 'ਚ ਉਹਨਾਂ ਸਰਾਫ ਦੇ ਦਿੱਤਾ, ਨਾਰਾਜ਼ ਹੋ ਗਏ, ਇਹ ਗੱਲਾਂ ਬੜੀਆਂ ਨੇ ਜੁੜੀਆਂ ਹੋਈਆਂ ਉਹਨਾਂ ਦੇ ਨਾਲ।
ਰੱਬ ਦਾ ਭਗਤ ਕਦੀ ਗੁੱਸੇ ਨਹੀਂ ਹੁੰਦਾ, ਰੱਬ ਕਦੀ ਗੁੱਸੇ ਨਹੀਂ ਨਾ ਹੁੰਦਾ, ਜਾਗਦਾ ਬੰਦਾ ਕਦੀ ਗੁੱਸੇ ਨਹੀਂ ਹੁੰਦਾ। ਪਰ ਬੜੀਆਂ ਡਰਾਉਣੀਆਂ ਗਾਥਾਵਾਂ ਜਿਹੜੀਆਂ ਨੇ ਉਹ ਪ੍ਰਚਲਿਤ ਨੇ ਇਸ ਵੇਲੇ, ਖੋਜ ਦੀਆਂ ਮੁਤਾਜ ਨੇ ਗੱਲਾਂ, ਕਿ ਸ਼ਿਵ ਜੀ ਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬੜੇ ਵੱਡੇ ਜਾਗਦੇ ਸਨ। ਉਹ ਰੱਬ ਦੀ ਬੰਦਗੀ ਕਰਨ ਵਾਲੇ, ਪ੍ਰਭੂ ਦੇ ਪਿਆਰੇ ਸਨ, ਰੱਬ ਦੀ ਚਰਨਾਂ ਦੀ ਸੇਵਾ ਕਰਨ ਵਾਲੇ ਸਨ। ਹੁਣ ਰੱਬ ਦੀ ਬੰਦਗੀ ਵਾਲਾ ਪੱਖ ਤਾਂ ਘੱਟ ਆਇਆ, ਉਹਨਾਂ ਦੇ ਤਪ ਦਾ ਪੱਖ ਆਇਆ, ਉਹਨਾਂ ਦੀਆਂ ਹੋਰ ਗਾਥਾਵਾਂ ਬੜੀਆਂ ਆਈਆਂ ਨੇ। ਭਗਤ ਜੀ ਕਹਿੰਦੇ ਕਲ ਜਾਗੇ ਨਾਮਾ ਜੈ ਬਦੇਵ, ਬਾਬਾ ਨਾਮਦੇਵ ਜੀ ਜਾਗ ਪਏ, ਰੱਬ ਦੇ ਪਿਆਰ ਜੁੜ ਗਏ। ਬਾਬਾ ਜੈ ਦੇਵ ਜੀ ਜਾਗ ਪਏ। ਜੈ ਦੇਵ ਜੀ ਬੰਗਾਲ ਦੇ ਭਗਤ ਹੋਏ ਨੇ ਬੜੇ ਵੱਡੇ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਪਦਾ ਹੈ, ਬੜਾ ਬਿਖਮ ਹੈ, ਬੜੀ ਪਿਆਰੀ ਬਾਣੀ ਹੈ ਉਹਨਾਂ ਦੀ, ਉਹ ਜਾਗਦੇ ਸਨ। ਬਾਬਾ ਕਬੀਰ ਸਾਹਿਬ ਜੀ ਨੇ ਕੁਝ ਜਾਗਰਤ ਲੋਕਾਂ ਦੀਆਂ ਕੁਝ ਕੁ ਉਦਾਹਰਣਾਂ ਦਿੱਤੀਆਂ। ਇਹ ਕੇਵਲ ਇਹ ਨਹੀਂ ਕਿ ਇਹੀ ਜਾਗਦੇ ਸਨ, ਸਮਝਾਇਆ ਕਿ ਜਾਗਦੇ ਕੌਣ ਨੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਾਗਦਾ ਹੋ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ, ਜਾਗਦਾ ਹੋ ਜਿਹਦੇ ਅੰਦਰ ਪਰਮਾਤਮਾ ਦਾ ਪਿਆਰ ਵਸ ਜਾਏ, ਜਾਗਦਾ ਹੋ ਜਿਹੜਾ ਮੁਖ ਤੋਂ ਅੰਮ੍ਰਿਤ ਬਾਣੀ ਰੱਬ ਦੀ ਸਿਫਤ ਸਲਾਹ ਦੀ ਗੱਲ ਕਰਦਾ, ਮਿੱਠੇ ਬਚਨ ਬੋਲਦਾ, ਲੋਕਾਂ ਨੂੰ ਪਿਆਰ ਦੇ ਬਚਨ ਬੋਲਦਾ, ਜਾਗਦਾ ਹੋਇਆ। ਜਦੋਂ ਬੰਦਾ ਸੁੱਤਾ ਹੁੰਦਾ ਨਾ ਉਦੋਂ ਹੰਕਾਰ ਦੀਆਂ ਕਠੋਰ ਗੱਲਾਂ ਕਰਦਾ। ਸੌਣ ਦਾ ਅਰਥ ਹੰਕਾਰ ਚਲੇ ਜਾਣਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਾਗਤ ਸੋਵਤ ਬਹੁ ਪ੍ਰਕਾਰ, ਜਾਗਣਾ ਸੌਣਾ ਕਈ ਤਰ੍ਹਾਂ ਦਾ ਹੈ। ਇੱਕ ਤਾਂ ਅਸੀਂ ਸਰੀਰਕ ਤੌਰ ਤੇ ਦੇਖੋ ਥੱਕੇ ਹੁੰਦੇ ਹਾਂ, ਰਾਤ ਵਾਹਿਗੁਰੂ ਜੀ ਨੇ ਸੌਣ ਲਈ ਬਣਾਈ ਹੈ, ਸੌਣਾ ਬੜਾ ਜ਼ਰੂਰੀ ਹੈ। ਜਿਵੇਂ ਸਰੀਰ ਨੂੰ ਖੁਰਾਕ ਦੀ ਲੋੜ ਹੈ, ਤਿਵੇਂ ਸਰੀਰ ਨੂੰ ਨੀਂਦ ਦੀ ਲੋੜ ਹੈ। ਹਰ ਸਰੀਰ ਦੀ ਖੁਰਾਕ ਆਪਣੀ ਆਪਣੀ ਹੈ, ਹਰ ਸਰੀਰ ਦੀ ਨੀਂਦ ਵੀ ਆਪਣੀ ਆਪਣੀ ਹੈ। ਬਚਪਨ 'ਚ ਆਪਾਂ ਦੇਖਦੇ ਹਾਂ ਨੀਂਦ ਬਹੁਤੀ ਚਾਹੀਦੀ ਹੈ, 10-10 ਘੰਟੇ ਤੱਕ ਇਹਦੋਂ ਜ਼ਿਆਦਾ ਬੱਚਾ ਸੁੱਤਾ ਰਹਿੰਦਾ। ਬੰਦਾ ਸਿਆਣਾ ਹੁੰਦਾ, ਜਵਾਨ ਹੁੰਦਾ, ਫਿਰ 8 ਕੁ ਘੰਟੇ 7 ਕੁ ਘੰਟੇ ਨੀਂਦ ਹੋਣੀ ਚਾਹੀਦੀ ਹੈ। ਬੰਦਾ ਜਦੋਂ ਬਿਰਧ ਹੋ ਜਾਂਦਾ ਉਹਦੀ ਨੀਂਦ ਘਟ ਜਾਂਦੀ, ਫਿਰ ਜਾਗਦਾ ਜ਼ਿਆਦਾ ਹੈ। ਇਹ ਆਪੋ ਆਪਣੇ ਸਰੀਰ ਦੇ ਅਨੁਸਾਰ ਨੀਂਦ ਵੱਧ ਘੱਟ ਹੋ ਸਕਦੀ, ਪਰ ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਵੀ ਇੱਕ ਖੁਰਾਕ ਹੈ। ਕਈ ਸੋਚਦੇ ਕਿ ਸੌਣਾ ਪਾਪ ਹੀ ਹੈ, ਕਈ ਸੋਚਦੇ ਨੇ ਸੌਣਾ ਪਾਪ ਹੀ। ਖਾਸ ਕਰਕੇ ਧਰਮ ਦੀ ਦੁਨੀਆ 'ਚ ਆਪਾਂ ਦੇਖਦੇ, ਜਿਹੜਾ ਬਾਹਰੋਂ ਬੰਦਾ ਆਇਆ ਨਾ, ਜੇ ਕਿਤੇ ਕੋਈ ਧਾਰਮਿਕ ਬੰਦਾ ਸੁੱਤਾ ਮਿਲ ਜੇ, ਕਹਿੰਦੇ ਸੁੱਤੇ ਹੋ ਤੁਸੀਂ, ਇਸ ਵੇਲੇ ਸੁੱਤੇ ਹੋ। ਉਹ ਸੋਚਦੇ ਕਿ ਬੜਾ ਵੱਡਾ ਗੁਨਾਹ ਕਰ ਰਹੇ ਨੇ ਸੌਣ ਨੂੰ। ਸੌਣਾ ਸਰੀਰ ਦੀ ਲੋੜ ਹੈ, ਸੌਣਾ ਸਰੀਰ ਦੀ ਖੁਰਾਕ ਹੈ। ਜੇ ਨਹੀਂ ਸੋਵਾਂਗੇ ਨਾ ਤੇ ਸਰੀਰ ਰੋਗੀ ਹੋ ਜਾਏਗਾ। ਨਾ ਸੋਣਾ ਵੀ ਇੱਕ ਰੋਗ ਦੀ ਨਿਸ਼ਾਨੀ ਹੈ। ਨੀਂਦ ਨਾ ਆਏ ਤਾਂ ਅਸੀਂ ਡਾਕਟਰ ਸਾਹਿਬ ਕੋਲ ਜਾਂਦੇ, ਨੀਂਦ ਨਹੀਂ ਆਉਂਦੀ, ਕੀ ਕਰੀਏ? ਫਿਰ ਡਾਕਟਰ ਸਾਹਿਬ ਸਾਨੂੰ ਸਲਾਹ ਦਿੰਦੇ ਨੇ, ਕੋਈ ਦਵਾਈ ਵੀ ਦਿੰਦੇ ਨੇ, ਨੀਂਦ ਆਉਣੀ ਚਾਹੀਦੀ ਹੈ। ਇਸ ਕਰਕੇ ਜਾਗਤ ਸੋਵਤ ਬਹੁ ਪ੍ਰਕਾਰ, ਜਾਗਣਾ ਸੌਣਾ ਕਈ ਤਰ੍ਹਾਂ ਦਾ ਹੈ। ਇੱਕ ਜਾਗਣ ਦਾ ਅਰਥ ਹੈ ਅਸੀਂ ਰਾਤੀ ਸੁੱਤੇ ਸਾਂ, ਸਵੇਰੇ ਜਾਗ ਪਏ, ਰਾਤ ਸੁੱਤੇ ਸਵੇਰੇ ਜਾਗੇ। ਇੱਕ ਜਾਗਣ ਦਾ ਅਰਥ ਹੈ ਮਨ ਕਰਕੇ ਸੁਚੇਤ ਹੋ ਜਾਣਾ, ਜ਼ਿੰਮੇਵਾਰ ਬਣ ਜਾਣਾ, ਰਿਸਪੌਂਸਿਬਲ ਬਣ ਜਾਣਾ, ਸਾਵਧਾਨ ਰਹਿਣਾ, ਅਵੇਸਲੇ ਨਾ ਹੋਣਾ। ਸਾਡੀ ਜ਼ਿੰਦਗੀ ਦਾ ਮਕਸਦ ਕੀ, ਕਾਹਦੇ ਲਈ ਅਸੀਂ ਆਏ ਹਾਂ? ਪਰਮਾਤਮਾ ਨੇ ਇੰਨੀ ਮਹਾਨ ਜ਼ਿੰਦਗੀ ਦਿੱਤੀ ਹੈ ਸਾਨੂੰ, ਕਾਹਦੇ ਲਈ ਦਿੱਤੀ ਹੈ? ਰੋਟੀ ਪਾਣੀ ਖਾਣ ਲਈ ਦਿੱਤੀ ਹੈ, ਜਾਂ ਲੜਨ ਭਿੰਨ ਲਈ, ਈਰਖਾ ਕਰਨ ਲਈ ਦਿੱਤੀ, ਜਾਂ ਮੱਲਾਂ ਮਾਰਨ ਲਈ ਦਿੱਤੀ ਹੈ? ਅਸੀਂ ਤੇ ਸੁੱਤੇ ਪਏ ਦੇਖਿਆ ਹੀ ਨਹੀਂ। ਸਾਡੇ ਤੋਂ ਪਹਿਲਾਂ ਬੜੇ ਆਏ ਜਿਨ੍ਹਾਂ ਨੇ ਬੜੀਆਂ ਮੱਲਾਂ ਮਾਰੀਆਂ, ਇੰਨਾ ਰਾਜ ਮੇਰਾ ਹੈ, ਜਾਣ ਲੱਗੇ ਖਾਲੀ ਹੱਥ ਗਏ। ਸਿਕੰਦਰ ਕਹਿੰਦਾ ਸੀ ਮੈਂ ਦੁਨੀਆ ਨੂੰ ਜਿੱਤਣਾ, ਦੁਨੀਆ ਨੂੰ ਜਿੱਤਣ ਲਈ ਤੁਰ ਪਿਆ। ਕਹਿੰਦੇ ਜਦੋਂ ਮਰਿਆ ਨਾ ਤੇ ਇਹਨੇ ਕਿਹਾ ਕਿ ਮੇਰੇ ਹੱਥ ਜਿਹੜੇ ਖਫਣ ਤੋਂ ਬਾਹਰ ਹੋਣੇ ਚਾਹੀਦੇ ਨੇ। ਲੋਕਾਂ ਨੂੰ ਪਤਾ ਲੱਗ ਜਾਏ ਕਿ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈਣ ਵਾਲਾ ਸਿਕੰਦਰ ਦੁਨੀਆ ਤੋਂ ਸਿਕੰਦਰ ਖਾਲੀ ਹੱਥ ਗਿਆ, ਕੁਝ ਨਹੀਂ ਲੈ ਕੇ ਗਿਆ। ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਲੋਕ ਜਾਂਦੇ ਨੇ ਜਿਨ੍ਹਾਂ ਨੇ ਬੜੇ ਬੜੇ ਮਾਰ ਕੇ ਮਾਰੇ, ਬੜੀਆਂ ਮੱਲਾਂ ਮਾਰੀਆਂ, ਖਾਲੀ ਹੱਥ ਜਾਂਦੇ ਨੇ, ਸਰੀਰ ਵੀ ਨਹੀਂ ਲੈ ਕੇ ਜਾਂਦੇ। ਸਰੀਰ ਘਰੇ ਹੀ ਪਿਆ ਰਹਿ ਜਾਂਦਾ ਜਾਂ ਹਸਪਤਾਲ 'ਚ ਪਿਆ ਰਹਿ ਜਾਂਦਾ, ਉਹਨੂੰ ਅਸੀਂ ਚੁੱਕ ਕੇ ਫਿਰ ਬਾਹਰ ਕੱਢ ਕੇ ਆਉਂਦੇ, ਸਰੀਰ ਰਹਿ ਜਾਂਦਾ। ਜਦੋਂ ਕੋਈ ਜਾਂਦਾ ਹੈ ਅਸੀਂ ਅਕਸਰ ਇਹ ਗੱਲ ਕਹਿੰਦੇ, ਚਲੋ ਬਈ ਫਲਾਣਾ ਆਪਣਾ ਸਰੀਰ ਛੱਡ ਗਿਆ। ਕਈ ਕਹਿੰਦੇ ਚੋਲਾ ਤਿਆਗ ਗਿਆ, ਕਈ ਕਹਿੰਦੇ ਸਰੀਰ ਛੱਡ ਗਿਆ। ਸਰੀਰ ਛੱਡ ਗਿਆ ਆਪਣਾ ਫਲਾਣਾ, ਉਹ ਛੱਡ ਗਿਆ, ਹੁਣ ਸਰੀਰ ਵੀ ਛੱਡ ਗਿਆ, ਬਾਕੀ ਤੇ ਧਨ ਕੀ ਨਾਲ ਲੈ ਕੇ ਜਾਣਾ? ਜਿਹੜਾ ਖੋਂਦਾ ਰਿਹਾ, ਝੂਠ ਬੋਲਦਾ ਜਿਸ ਦੀ, ਉਹ ਤੇ ਨਾਲ ਕੀ ਲੈ ਕੇ ਜਾਣਾ? ਸਰੀਰ ਵੀ ਛੱਡ ਗਿਆ ਆਪਣਾ। ਉਸ ਸਰੀਰ ਨੂੰ ਫਿਰ ਅਸੀਂ ਬਾਹਰ ਕੱਢਦੇ, ਜਾ ਕੇ ਸਾੜ ਦਿੰਦੇ, ਦਬਾ ਦਿੰਦੇ। ਸਰੀਰ ਛੱਡ ਗਿਆ ਆਪਣਾ, ਨਾਲ ਨਹੀਂ ਲੈ ਕੇ ਗਿਆ ਤੇ ਫਿਰ ਸਾੜ ਦੋ।
ਜਾਂ ਤੇ ਨਾਲ ਲੈ ਕੇ ਚੱਲ ਜਾਂਦਾ ਤੇ ਗੱਲ ਵੱਖਰੀ। ਹੁਣ ਸਾਡੇ ਕਿਸ ਕੰਮ ਹੈ, ਸਾੜ ਦਿਓ ਉਹਨੂੰ, ਫਿਰ ਹੋਰ ਕੀ ਹੈ, ਇਹਨੂੰ ਵੇਸਟ ਕਰ ਦਿਓ, ਇਹ ਕਿਸੇ ਅਰਥ ਨਹੀਂ ਹੈ। ਉਹ ਤੇ ਚਲਿਆ ਗਿਆ ਸਰੀਰ ਛੱਡ ਕੇ। ਇਸ ਕਰਕੇ ਗੁਰਬਾਣੀ ਕਹਿੰਦੀ ਅਸੀਂ ਸੁੱਤੇ ਹੋਏ ਹਾਂ, ਇੰਨੀ ਲੋਇਣੀ ਦੇਖਦੇ ਹਾਂ ਖੇਤੀ ਚੱਲ ਗਈ। ਇਹਨਾਂ ਅੱਖਾਂ ਨਾਲ ਕਈ ਸਾਡੇ ਸੱਜਣ, ਕਈ ਮਿੱਤਰ, ਕਈ ਇਹੋ ਜਿਹੇ ਦੁਨੀਆ ਦੇ ਫੰਨੇ ਖਾਂ ਚਲੇ ਗਏ, ਕੋਈ ਕੁਝ ਨਾਲ ਨਹੀਂ ਲੈ ਕੇ ਗਿਆ। ਲੇਕਿਨ ਫਿਰ ਸਾਡੀ ਸੋਚ ਉੱਥੇ ਤੱਕ ਹੀ ਹੈ, ਇੰਨਾ ਕੁਝ ਜੋੜ ਲਓ, ਇੰਨਾ ਕੁਝ ਕਮਾ ਲਓ, ਇੰਨਾ ਕੁਝ ਇਕੱਠਾ। ਕਿਰਤ ਕਰਨਾ ਮਨੁੱਖ ਦਾ ਅਧਿਕਾਰ ਹੈ, ਪੈਸਾ ਕਮਾਉਣਾ ਮਨੁੱਖ ਦਾ ਅਧਿਕਾਰ ਹੈ। ਪੈਸਾ ਹੋਣਾ ਪਾਪ ਨਹੀਂ ਹੈ, ਪੈਸਾ ਹੋਣਾ ਬੁਰੀ ਗੱਲ ਨਹੀਂ ਹੈ, ਪੈਸਾ ਲੋੜ ਹੈ, ਸਾਡੀ ਜ਼ਿੰਦਗੀ ਦੀ ਗੁਜ਼ਰਾਨ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿਰਤ ਕਰੋ, ਪਰ ਇਹ ਸੋਚ ਕੇ ਕਿ ਪੈਸਾ ਹੀ ਸਭ ਕੁਝ ਹੈ। ਮਨੁੱਖ ਕੇ ਝੂਠ ਬੋਲੀ ਜਾਓ, ਬੇਈਮਾਨੀ ਕਰੀ ਜਾਓ, ਠੱਗੀ ਕਰੀ ਜਾਓ, ਲੋਕਾਂ ਨੂੰ ਲੁੱਟੀ ਜਾਓ, ਕੁੱਟੀ ਜਾਓ, ਇਹ ਸੁੱਤਿਆਂ ਦਾ ਕੰਮ ਹੈ। ਸੁੱਤੇ ਹੋਏ ਨੇ ਲੋਕ। ਗੁਰਬਾਣੀ ਕਹਿੰਦੀ ਜਾਗਤ ਸੋਵਤ ਬਹੁ ਪ੍ਰਕਾਰ। ਕੋਈ ਧਰਮ ਗ੍ਰੰਥ ਪੜ੍ਹ ਕੇ ਹੰਕਾਰ ਚ ਆ ਗਿਆ, ਉਹ ਵੀ ਸੌਂ ਗਿਆ। ਕੋਈ ਪਾਠ ਕਰਦਾ ਹੰਕਾਰ ਚ ਆ ਗਿਆ, ਉਹ ਵੀ ਸੌਂ ਗਿਆ। ਕੋਈ ਤੀਰਥਾਂ ਦਾ ਰਟਨ ਕਰਦਾ, ਕਹੇ ਜੀ ਮੈਂ ਤੇ ਇੰਨੇ ਤੀਰਥਾਂ ਤੇ ਜਾ ਕੇ ਉਹ ਸੁੱਤਾ ਪਿਆ। ਜਿਹੜੇ ਕਹਿੰਦੇ ਮੈਂ ਜੀ 11 ਵਾਰੀ ਫਲਾਣੇ ਥਾਂ ਤੇ ਜਾ ਕੇ ਨਾ ਇੰਨੀਆਂ ਟੁੱਬੀਆਂ ਲਾਈਆਂ, ਉਹ ਸੌਂ ਗਏ, ਗੂੜੀ ਨੀਂਦ ਸੌਂ ਗਏ। ਜਾਗਣ ਲਈ ਜਾਣਾ ਸੀ, ਸੌਂ ਗਏ, ਆ ਗਏ ਉੱਥੋਂ। ਸਭ ਮਦ ਮਾਤੇ ਕੋ ਨਾ ਜਾਗ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੋਈ ਜਾਗਦਾ ਹੀ ਨਹੀਂ, ਸਭ ਸੁੱਤੇ ਪਏ ਨੇ, ਤੇ ਸੁੱਤਿਆਂ ਦੇ ਵਿੱਚ ਫਿਰ ਲੁੱਟੇ ਹੀ ਜਾਣਾ। ਲੁੱਟਿਆ ਗਿਆ ਸਾਡਾ ਸਮਾਜ। ਧਾਰਮਿਕ ਲੋਕਾਂ ਨੇ ਵੀ ਸੁਆਹ ਦਿੱਤਾ ਸਾਨੂੰ, ਮਿੱਠੀਆਂ ਗੋਲੀਆਂ ਦੇ ਕੇ। ਜਾਗਣ ਦੀ ਗੱਲ ਹੀ ਨਹੀਂ ਕਹੀ ਉਹਨਾਂ ਨੇ, ਕਿਉਂਕਿ ਤੁਸੀਂ ਜਾਗ ਪਏ ਤਾਂ ਉਹਨਾਂ ਦੇ ਡੇਰੇ ਕਿੱਥੋਂ ਬਣਨੇ ਆ। ਜੇ ਤੁਸੀਂ ਜਾਗ ਪਏ, ਤੁਹਾਡੀ 10 ਨਵਾਂ ਦੀ ਕਿਰਤੀ ਲੁੱਟ ਕਿਵੇਂ ਹੋਏਗੀ? ਫਿਰ ਜਿਹੜਾ ਜਗਾਉਂਦਾ ਹੈ ਨਾ, ਉਹਦੇ ਵੀ ਸਿਰ ਪਾੜ ਦਿੰਦੇ ਨੇ ਲੋਕ। ਜਗਾਉਣ ਵਾਲੇ ਨੂੰ ਵੀ ਕਿੰਨੇ ਕੁੱਟਣਾ ਸ਼ੁਰੂ ਕਰਦੇ, ਤੂੰ ਜਗਾਉਣਾ ਹੈ ਇਹਨਾਂ ਨੂੰ, ਸੁੱਤੇ ਹੀ ਰਹਿਣ ਦੇ। ਸੁੱਤੇ ਰਹਿਣਗੇ ਤੇ ਵਧੀਆ ਕੰਮ ਚੱਲੇਗਾ। ਮਿੱਠੀਆਂ ਗੋਲੀਆਂ ਦਈ ਜਾਓ ਇਹਨਾਂ ਨੂੰ, ਇੰਨੇ ਪਾਠ ਕਰੋ, ਇੰਨੀਆਂ ਕਰਾਮਾਤਾਂ ਹੋ ਜਾਣਗੀਆਂ, ਇੰਨੀਆਂ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ, ਇੰਨੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ। ਗੁਰਬਾਣੀ ਦਾ ਪਾਠ ਕਰਨਾ ਸੀ ਅਸੀਂ ਆਤਮਿਕ ਤੌਰ ਤੇ ਜਾਗਣ ਦੇ ਲਈ, ਰੱਬ ਬਣਨ ਦੇ ਲਈ। ਜੇ ਕੇਵਲ ਪਾਠ ਕੀਤਿਆਂ ਹੀ ਕੋਈ ਕਰਾਮਾਤ ਹੁੰਦੀ ਹੋਏ, ਕਿਉਂ ਨਹੀਂ ਹੋਈ ਕਰਾਮਾਤ? ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸ਼ਰੇਆਮ ਬੇਅਦਬੀ ਹੋਈ ਹੈ, ਕੋਈ ਕਰਾਮਾਤ ਨਹੀਂ ਹੋਈ ਭਾਈ। ਉਹ ਬੇਅਦਬੀ ਕਰਨ ਵਾਲਾ ਕੋਈ ਫਾਇਦਾ ਨਹੀਂ ਲੱਗਿਆ। ਚਲਾਕ ਲੋਕਾਂ ਨੇ ਆਪਣੇ ਆਪ ਨੂੰ ਬਚਾ ਲਿਆ। ਕਿਉਂ ਨਹੀਂ ਕਰਾਮਾਤ ਹੋਈ? ਕਰੋ ਕੋਈ ਇਹੋ ਜਿਹਾ ਪਾਠ, ਕਰਾਮਾਤ ਚੱਲੇ, ਉਹ ਲੋਕ ਜਿਹੜੇ ਨੇ ਮਰ ਜਾਣ ਇਦਾਂ ਹੀ। ਇਹਦਾ ਮਤਲਬ ਸਿਰਫ ਲੋਕਾਂ ਨੂੰ ਸਮਾਉਣ ਲਈ ਅਸੀਂ ਕਹਿੰਦੇ ਉੱਥੇ ਨਹਾ ਲਓ ਤੁਹਾਡੀ ਕਾਮਨਾ ਪੂਰੀ ਹੋ ਜਾਏਗੀ, ਇੰਨੇ ਪਾਠ ਕਰ ਲਓ ਤੁਹਾਡੀ ਕਾਮਨਾ ਪੂਰੀ ਹੋ ਜਾਏਗੀ। ਕਾਮਨਾ ਪੂਰੀ ਹੋਵੇਗੀ। ਰੱਬ ਨੇ ਤੇ ਤੁਹਾਨੂੰ ਸਭ ਕੁਝ ਦਿੱਤਾ ਹੈ, ਕੋਈ ਚੀਜ਼ ਬਾਕੀ ਰੱਖੀ ਨਹੀਂ ਹੈ। ਤੁਸੀਂ ਜਾਗੋ, ਤੁਸੀਂ ਨਜ਼ਰ ਮਾਰੋ, ਤੁਹਾਡੇ ਅੰਦਰ ਖਜ਼ਾਨੇ ਭਰੇ ਪਏ ਨੇ, ਮੱਤ ਵਿੱਚ ਰਤਨ ਜਵਾਹਰ ਮਾਣਕ। ਤੁਸੀਂ ਜਾਗੋ, ਤੁਸੀਂ ਰਾਜੇ ਹੋ, ਤੁਸੀਂ ਰਾਜੇ ਹੋ। ਸੁੱਤੇ ਤੇ ਅਸੀਂ ਭਿਖਾਰੀ ਬਣੇ ਬੈਠੇ ਹਾਂ। ਬਾਬਾ ਰਵਿਦਾਸ ਜੀ ਦੇ ਬਚਨ ਅਨੁਸਾਰ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸ਼ਤਰਾਜ ਬਿਸਰ ਦੁਖ ਪਾਇਆ, ਸੋਗਤ ਪਈ ਹਮਾਰੀ। ਅਸੀਂ ਰਾਜੇ ਹੁੰਦਿਆਂ ਹੋਇਆਂ ਸੌਂ ਗਏ ਤੇ ਅਸੀਂ ਭਿਖਾਰੀ ਬਣ ਗਏ। ਧਰਮ ਦੇ ਨਾਂ ਤੇ ਭਿਖਾਰੀ ਬਣ ਗਏ। ਅਸੀਂ ਹਰ ਥਾਂ ਤੇ ਭਿਖਾਰੀ ਬਣ ਕੇ ਵਿਚਰੇ ਹਾਂ। ਅਸੀਂ ਭਿਖਾਰੀ ਨਹੀਂ ਸਾਂ, ਅਸੀਂ ਤੇ ਰਾਮ ਕੇ ਅੰਸ਼ ਰੱਬ ਦੇ ਬੱਚੇ ਸਾਂ। ਹੁਣ ਰੱਬ ਦਾ ਬੱਚਾ ਭਿਖਾਰੀ ਬਣੇ, ਰੱਬ ਦਾ ਬੱਚਾ ਭਿਖਾਰੀ ਬਣੇ, ਇਹ ਗੱਲ ਸ਼ੋਭਦੀ ਨਹੀਂ ਹੈ। ਰੱਬ ਦਾ ਬੱਚਾ ਤਾਂ ਦਾਤਾ ਹੋਣਾ ਚਾਹੀਦਾ ਹੈ। ਰੱਬ ਦਾ ਬੱਚਾ ਤਾਂ ਰੱਬ ਹੋਣਾ ਚਾਹੀਦਾ ਹੈ। ਰੱਬ ਦਾ ਬੱਚਾ ਤਾਂ ਲੋਕਾਂ ਨੂੰ ਦੇਣ ਵਾਲਾ ਹੋਣਾ ਚਾਹੀਦਾ, ਮੰਗਣ ਵਾਲਾ ਨਹੀਂ ਹੋਣਾ ਚਾਹੀਦਾ। ਜੇ ਉਹ ਬਣਿਆ ਤੇ ਉਹ ਸੁੱਤਾ ਹੋਇਆ ਹੈ। ਗੁਰਬਾਣੀ ਜਗਾਉਂਦੀ ਹੈ ਕਿ ਜਾਗੋ, ਸਤਿਗੁਰ ਮਤ ਗੂੜ ਬਿਮਲ ਮਤ ਸਤ ਸੰਗਤ ਆਤਮ ਰੰਗ ਚਲੂਰ ਪਿਆ, ਜਾਗਿਆ ਮਨ ਕਮਲ ਸਹਿਜ ਪ੍ਰਗਾਸਿਆ, ਅਪੈ ਨਰੰਜਨ ਕਰੇ ਲਹਾ। ਜਦੋਂ ਮਨ ਜਾਗ ਪਏਗਾ, ਕਮਲ ਪ੍ਰਗਾਸ ਹੋ ਜਾਏਗਾ, ਅੰਦਰ ਸਹਿਜ ਆ ਜਾਏਗਾ, ਅੰਦਰੋਂ ਹੀ ਰੱਬ ਮਿਲ ਜਾਏਗਾ। ਰੱਬ ਕਿਸੇ ਧਰਮ ਸਥਾਨ ਤੇ ਬੰਦ ਨਹੀਂ ਹੈ, ਰੱਬ ਕਿਤੇ ਜੰਗਲ 'ਚ ਨਹੀਂ ਹੈ, ਰੱਬ ਕਿਤੇ ਪਹਾੜ ਤੇ ਨਹੀਂ ਹੈ, ਰੱਬ ਕਿਸੇ ਤੀਰਥ ਤੇ ਨਹੀਂ ਹੈ, ਰੱਬ ਕਿਸੇ ਖਾਸ ਥਾਂ ਤੇ ਨਹੀਂ ਹੈ, ਰੱਬ ਤੁਹਾਡੇ ਅੰਦਰ ਹੈ। ਪਰ ਅਸੀਂ ਸੁੱਤੇ ਪਏ ਹਾਂ। ਧਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਕਰਾਰੀ ਦਾ ਅਰਥ ਕਰੜੀ, ਮਜ਼ਬੂਤ, ਬੜੀ ਸਟਰੋਂਗ। ਸਾਡੇ ਅੰਦਰ ਇੱਕ ਹੰਕਾਰ ਦੀ ਕੰਧ ਬੜੀ ਕਰੜੀ ਹੈ। ਮਤਾਂ ਸੋਚਣਾ ਕਿ ਮੈਂ ਪਾਠ ਕਰ ਰਿਹਾ ਤੇ ਮੈਂ ਸੁੱਤਾ ਨਹੀਂ ਹਾਂ, ਜਾਂ ਮੇਰੇ ਅੰਦਰ ਹੰਕਾਰ ਨਹੀਂ ਹੈ। ਉਹ ਅਹੰਕਾਰ ਹੀ ਹੈ ਤੇ ਤਾਂ ਹੀ ਤੇ ਮੈਂ ਜੇ ਰੱਬ ਦੇ ਆਨੰਦ ਨੂੰ, ਜ਼ਿੰਦਗੀ ਦੇ ਆਨੰਦ ਨੂੰ ਨਹੀਂ ਮਾਣ ਸਕਿਆ ਨਾ। ਕੋਈ ਮੇਰੇ ਵਰਗਾ ਚਿੱਟੇ ਕੱਪੜੇ ਪਾ ਕੇ, ਕੋਈ ਮੇਰੇ ਵਰਗਾ ਧਰਮ ਗ੍ਰੰਥ ਪੜ੍ਹ ਸੁਣਾ ਕੇ ਕਹੇ ਕਿ ਮੈਨੂੰ ਹੰਕਾਰ ਨਹੀਂ, ਇਹ ਗਲਤ ਗੱਲ ਹੈ। ਜੇ ਨਹੀਂ ਹੰਕਾਰ ਤੇ ਮੈਂ ਤੇ ਪਰਮਾਨੰਦ ਚ ਵਿਲੀਨ ਹੋਣਾ ਚਾਹੀਦਾ ਸੀ। ਮੈਂ ਤੇ ਉਸ ਰੱਬ ਦੇ ਪਿਆਰ ਵਿੱਚ ਅਭੇਦ ਹੋ ਜਾਣਾ ਚਾਹੀਦਾ ਸੀ। ਜੇ ਨਹੀਂ ਹੋਇਆ
ਭਾਵੇਂ ਚਿੱਟੇ ਕੱਪੜੇ ਨੇ, ਅੰਦਰ ਹੰਕਾਰ ਦੀ ਕੰਧ ਤੇ ਹੈਗੀ ਹੈ ਨਾ, ਉਹ ਦਿਸਦੀ ਨਹੀਂ ਹੈ, ਸੂਖਮ ਹੈ। ਭੰਬੀਰੀ ਕੇ ਪਾਂਤ ਪਾਰ ਦੋ, ਜਿਵੇਂ ਭੰਬੀਰੀ ਦੇ ਖੰਭ ਨਹੀਂ ਹੁੰਦੇ ਬੜੇ ਸੂਖਮ ਜੇ, ਆ ਜਿਹੜੀਆਂ ਤਿਤਲੀਆਂ ਉੱਡਦੀਆਂ ਨੇ, ਕਿੰਨਾ ਕੁ ਹੁੰਦਾ ਉਹਦਾ ਖੰਭ। ਬਸ ਉਹਦਾ ਹੰਕਾਰ ਸਾਡੇ ਅੰਦਰ ਬੜਾ ਕਰੜਾ ਹੈ, ਸਾਨੂੰ ਪਤਾ ਹੀ ਨਹੀਂ ਹੈ। ਉਸ ਹੰਕਾਰ ਕਰਕੇ ਅਸੀਂ ਪਰਮ ਆਨੰਦ ਤੋਂ ਵਾਂਝੇ ਹਾਂ। ਉਸ ਹੰਕਾਰ ਕਰਕੇ ਅਸੀਂ ਉਹ ਰਾਜ ਜੋ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਉਹਦੇ ਤੋਂ ਅਸੀਂ ਵੱਖਰੇ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਜਾਗਤ ਸੋਵਤ ਬਹੁ ਪ੍ਰਕਾਰ। ਜਾਗਣਾ ਸੌਣਾ ਕਈ ਤਰ੍ਹਾਂ ਦਾ ਹੈ, ਸਰੀਰ ਕਰਕੇ ਤੇ ਸੌਣਾ ਬਹੁਤ ਜ਼ਰੂਰੀ ਹੈ। ਲੋੜ ਅਨੁਸਾਰ ਜਿੰਨੀ ਨੀਂਦ ਹੈ ਉਹ ਹੋਣੀ ਚਾਹੀਦੀ ਹੈ, ਲੇਕਿਨ ਲੋੜ ਤੋਂ ਜ਼ਿਆਦਾ ਨੀਂਦ ਵੀ ਜਿਹੜੀ ਹੈ ਉਹ ਰੋਗਾਂ ਦਾ ਕਾਰਨ ਬਣ ਜਾਂਦੀ ਹੈ। ਲੋੜ ਤੋਂ ਜ਼ਿਆਦਾ ਨੀਂਦ, ਬਹੁਤ ਲੋਕਾਂ ਨੇ ਅੰਮ੍ਰਿਤ ਨੂੰ ਹੀ ਜ਼ਹਿਰ ਬਣਾ ਲਿਆ, ਸੌਣ ਨੂੰ ਹੀ ਰੋਗਾਂ ਦਾ ਕਾਰਨ ਬਣਾ ਲਿਆ। ਇਸੇ ਤਰੀਕੇ ਨਾਲ ਅੰਮ੍ਰਿਤ ਨੂੰ ਜ਼ਹਿਰ ਬਣਾਉਣ ਦਾ ਕਿ ਪਾਠ ਜਾਗਣ ਲਈ ਸਨ, ਧਰਮ ਸਥਾਨ ਜਾਗਣ ਲਈ ਸਨ, ਇਹ ਧਰਮ ਕਰਮ ਜਾਗਣ ਲਈ ਸਨ। ਬੰਦੇ ਨੇ ਇਹਨਾਂ ਨੂੰ ਹੀ ਸੌਣ ਦਾ ਸਾਧਨ ਬਣਾ ਲਿਆ, ਇਹਨਾਂ ਨੂੰ ਹੰਕਾਰ ਦਾ ਸਾਧਨ ਬਣਾ ਲਿਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਗੁਰਮੁਖ ਜਾਗੇ ਸੋਈ ਸਾਰ। ਕੋਈ ਗੁਰਮੁਖ ਦਾ ਅਰਥ ਹੈ ਕਿ ਗੁਰੂ ਦੀ ਮੱਤ ਦੇ ਰਾਹੀਂ ਜਿਹੜਾ ਜਾਗਦਾ ਹੈ। ਸਤਿਗੁਰੂ ਕੇਵਲ ਸਾਨੂੰ ਜਗਾਉਂਦੇ ਨੇ, ਗਿਆਨ ਦਿੰਦੇ ਨੇ, ਇਹ ਗੱਲ ਚੇਤੇ ਰੱਖਿਓ। ਸਭ ਕੁਝ ਤੁਹਾਡੇ ਕੋਲ ਹੈ, ਤੁਹਾਨੂੰ ਕਿਸੇ ਚੀਜ਼ ਤੋਂ ਪ੍ਰਮਾਤਮਾ ਨੇ ਘੱਟ ਨਹੀਂ ਬਣਾਇਆ, ਕਿਸੇ ਮਨੁੱਖ ਨੂੰ ਘੱਟ ਨਹੀਂ ਦਿੱਤਾ, ਕਿਸੇ ਮਨੁੱਖ ਨੂੰ ਨੀਵਿਆਂ ਨਹੀਂ ਬਣਾਇਆ, ਕਿਸੇ ਮਨੁੱਖ ਨੂੰ ਕਮਜ਼ੋਰ ਨਹੀਂ ਬਣਾਇਆ। ਸਭ ਕੁਝ ਤੁਹਾਡੇ ਕੋਲ ਹੈ, ਪਰ ਗਿਆਨ ਨਹੀਂ ਹੈ ਸਾਨੂੰ, ਅਸੀਂ ਸੁੱਤੇ ਪਏ ਹਾਂ। ਗੁਰੂ ਕੇਵਲ ਜਗਾਉਂਦਾ ਹੈ। ਮਤਾਂ ਸੋਚੋ ਕਿ ਅਸੀਂ ਇੰਨੀ ਵਾਰੀ ਗੁਰਦੁਆਰੇ ਆਵਾਂਗੇ ਤਾਂ ਸਾਡੀ ਇਹ ਕਾਮਨਾ ਪੂਰੀ ਹੋ ਜਾਏਗੀ। ਕਦੋਂ ਹੋਏਗੀ ਕਾਮਨਾ ਪੂਰੀ? ਆਉਣਾ ਮੁਬਾਰਕ ਹੈ, ਆਉਣਾ ਜ਼ਰੂਰੀ ਹੈ, ਪਰ ਜਦੋਂ ਅਸੀਂ ਗੁਰੂ ਕੇ ਗਿਆਨ ਨੂੰ ਸਮਝ ਲਵਾਂਗੇ ਨਾ, ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡੇ ਅੰਦਰ ਤੇ ਸਭ ਕੁਝ ਹੀ ਹੈ, ਅਸੀਂ ਤੇ ਬਾਹਰੋਂ ਲੱਭਦੇ ਫਿਰਦੇ। ਸਾਡੀ ਤੇ ਹਾਲਤ ਹੈ ਕਿ ਇੱਕ ਭਿਖਾਰੀ ਸਾਰੀ ਜ਼ਿੰਦਗੀ ਇੱਕ ਜਗ੍ਹਾ ਤੇ ਬੈਠ ਕੇ ਮੰਗਦਾ ਰਿਹਾ, ਆਖਰ ਮਰ ਗਿਆ। ਉਹ ਲੋਕਾਂ ਨੇ ਚੁੱਕ ਕੇ ਉਹਦੇ ਸਰੀਰ ਦੀ ਸੰਭਾਲ ਕਰ ਦਿੱਤੀ। ਉਹ ਜਿੱਥੇ ਬੈਠਾ ਹੁੰਦਾ ਸੀ ਉਹ ਕਿਸੇ ਨੇ ਜਗ੍ਹਾ ਲੈ ਲਈ, ਉੱਥੇ ਕੋਈ ਬਿਲਡਿੰਗ ਬਣਾਉਣ ਲੱਗੇ। ਜਦੋਂ ਮਿੱਟੀ ਨੂੰ ਪੁੱਟਿਆ ਨਾ ਹੇਠਾਂ ਤੱਕ, ਹੇਠਾਂ ਬੜਾ ਤਗੜਾ ਖਜ਼ਾਨਾ ਸੀ। ਉਹ ਭਿਖਾਰੀ ਸਾਰੀ ਜ਼ਿੰਦਗੀ ਖਜ਼ਾਨੇ ਤੇ ਬੈਠ ਕੇ ਮੰਗਤਾ ਹੀ ਬਣਿਆ ਰਿਹਾ, ਖਜ਼ਾਨੇ ਤੇ ਬੈਠ ਕੇ। ਉਹਨੂੰ ਪਤਾ ਨਹੀਂ ਨਾ ਉਹ ਹਾਲਤ ਸਾਡੀ, ਸਾਡੇ ਅੰਦਰ ਖਜ਼ਾਨਾ ਹੈ, ਅਸੀਂ ਸਾਰੀ ਜ਼ਿੰਦਗੀ ਭਿਖਾਰੀ ਬਣ ਕੇ ਬਤੀਤ ਕਰ ਦਿੰਦੇ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਗੁਰਮੁਖ ਜਾਗੇ ਸੋਈ ਝਾਰ। ਕੋਈ ਗੁਰੂ ਦੀ ਮੱਤ ਦੇ ਰਾਹੀਂ ਜਾਗਦਾ ਹੈ, ਜਿਹੜਾ ਗੁਰੂ ਦੀ ਮੱਤ ਰਾਹੀਂ ਜਾਗਦਾ ਹੈ, ਸੋਈ ਸਾਰ, ਉਹਨੂੰ ਹੀ ਤੱਤ ਦੀ ਸੋਝੀ ਹੁੰਦੀ ਹੈ, ਉਹਨੂੰ ਸੰਭਾਲ ਹੋ ਜਾਂਦੀ, ਉਹਨੂੰ ਸਮਝ ਪੈ ਜਾਂਦੀ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਹੈ ਕੀ ਹੈ, ਮੈਂ ਕੀ ਲੈਣ ਲਈ ਆਇਆ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਇਸ ਦੇਹੀ ਕੇ ਅਦਕ ਕਾਮ। ਭਾਈ ਪਿਆਰਿਓ, ਪ੍ਰਮਾਤਮਾ ਦਾ ਨਾਮ ਇਸ ਦੇਹ ਧਾਰੀ, ਦੇਹੀ ਦਾ ਅਰਥ ਹੈ ਕਿ ਜਿਹੜੇ ਅਸੀਂ ਸਰੀਰ 'ਚ ਰਹਿ ਰਹੇ ਨਾ, ਸਾਡੇ ਲਈ ਬਹੁਤ ਕੰਮ ਆਉਣ ਵਾਲਾ ਹੈ। ਪ੍ਰਮਾਤਮਾ ਦਾ ਨਾਮ ਹੀ ਕੰਮ ਆਉਣਾ। ਦੇਖੋ ਕਈ ਵਾਰੀ ਧਨ ਬਹੁਤ ਹੁੰਦਾ ਬੰਦੇ ਦੇ ਕੋਲ, ਧਨ ਵਾਲਿਆਂ ਦੀ ਕਮੀ ਕੋਈ ਨਹੀਂ, ਧਨਵਾਨਾਂ ਦੀ ਧਰਤੀ ਤੇ ਬਹੁਤ ਨੇ ਧਨਵਾਨ ਲੋਕ। ਧਨ ਬਹੁਤ ਹੁੰਦਾ ਹੈ, ਧਨ ਦੇ ਨਾਲ ਬੈਂਕਾਂ ਭਰੀਆਂ ਹੁੰਦੀਆਂ ਨੇ, ਬਹੁਤ ਕੁਝ ਉਹਨਾਂ ਕੋਲ ਬਾਹਰੀ ਬਲ ਹੁੰਦਾ ਹੈ, ਸਾਧਨ ਹੁੰਦੇ ਨੇ, ਪਰ ਉਹ ਜਿਸ ਪੀੜਾ 'ਚੋਂ ਗੁਜ਼ਰਦੇ ਨੇ, ਨਾ ਉੱਥੇ ਧਨ ਕੰਮ ਆਉਂਦਾ ਹੈ, ਨਾ ਉੱਥੇ ਪੈਸਾ ਕੰਮ ਆਉਂਦਾ ਹੈ, ਨਾ ਉੱਥੇ ਕੋਈ ਚੀਜ਼ ਕੰਮ ਆਉਂਦੀ ਹੈ, ਕਿਉਂਕਿ ਜਿਹੜੀ ਚੀਜ਼ ਕੰਮ ਆਉਣੀ ਸੀ ਉਹ ਤੇ ਹੈ ਹੀ ਨਹੀਂ ਕੋਲ। ਉੱਥੇ ਕੰਮ ਆਉਣਾ ਪ੍ਰਮਾਤਮਾ ਦਾ ਪਿਆਰ। ਗੁਰਬਾਣੀ ਕਹਿੰਦੀ ਹੈ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਮਨੂਹਾ ਨਾਮ ਨਾਮ ਉਹਾਂ ਸੰਗਤੋਸਾ। ਜੇ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਜਪਤ ਹੋਏ ਉਜਿਆਰਾ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨੂਹਾ ਨਾਮ ਤੇਰਾ ਹੈ ਸੰਗ ਸਹਾਈ। ਇਹ ਗੱਲ ਕੋ ਅੱਜ ਸਮਝੇ ਤੇ ਕੋਈ ਕੱਲ ਸਮਝੇ। ਸਾਡਾ ਹਮੇਸ਼ਾ ਮਦਦਗਾਰ ਪ੍ਰਮਾਤਮਾ ਹੀ ਹੈ। ਧਨ ਦੁੱਖ ਨਹੀਂ ਦੂਰ ਕਰਦਾ। ਅਸੀਂ ਡਾਕਟਰ ਨੂੰ ਕਹਿੰਦੇ, ਡਾਕਟਰ ਸਾਹਿਬ ਪੈਸੇ ਪਾਣੀ ਵਾਂਗੂ ਵਹਾ ਦਿਆਂਗੇ, ਬਚਾ ਲਓ ਇਹਨੂੰ ਤੁਸੀਂ ਕਿਸ ਤਰ੍ਹਾਂ ਇਸ ਰੋਗ ਤੋਂ। ਡਾਕਟਰ ਸਾਹਿਬ ਕਹਿੰਦੇ, ਮੈਂ ਤੇ ਯਤਨ ਕਰਾਂਗੇ ਤੇ ਰੱਬ ਦੇ ਹੱਥ ਹੀ ਹੈ। ਜਿਹੜੇ ਡਾਕਟਰ ਨੂੰ ਅਸੀਂ ਰੱਬ ਗਿਣਦੇ ਹਾਂ, ਉਹ ਵੀ ਕਹਿੰਦਾ ਇਹ ਤੇ ਰੱਬ ਦੇ ਹੱਥ ਹੈ, ਮੈਂ ਤੇ ਆਪਣਾ ਯਤਨ ਕਰਾਂਗਾ। ਤੇ ਰੱਬ ਨੂੰ ਯਾਦ ਕਰੋ, ਅਰਦਾਸ ਕਰੋ, ਡਾਕਟਰ ਵੀ ਕਹਿੰਦੇ ਨੇ। ਉਸ ਵੇਲੇ ਕੇਵਲ ਇੱਕ ਪਰਮਾਤਮਾ ਦਾ ਨਾਮ ਜੇ ਸੁਰਤ ਵਿੱਚ ਆ ਵਸਿਆ ਹੋਏ, ਯਾਦ ਹੋਏ, ਤੇ ਉਸ ਮੁਸ਼ਕਲ ਤੋਂ ਅਸੀਂ ਬਚ ਸਕਦੇ ਹਾਂ। ਦੇਖੋ ਸਰੀਰ ਤਾਂ ਆਉਂਦਾ ਜਾਂਦਾ ਰਹਿਣਾ, ਇਹ ਤੇ ਸਦਾ ਕਾਇਮ ਨਹੀਂ ਰਹਿਣਾ। ਸਰੀਰ ਤੇ ਦੁੱਖ ਸੁੱਖ ਵੀ ਆਉਂਦੇ ਜਾਂਦੇ ਰਹਿਣੇ ਨੇ, ਇੱਕ ਕੁਦਰਤ ਦਾ ਨਿਯਮ ਹੈ। ਲੇਕਿਨ ਮਸਲਾ ਹੈ ਕਿ ਦੁੱਖ ਵਿੱਚ ਰਹਿ ਕੇ ਬੰਦਾ ਦੁਖੀ ਨਾ ਹੋਵੇ, ਦੁੱਖ ਵਿੱਚ ਰਹਿ ਕੇ ਬੰਦਾ ਪ੍ਰਸੰਨ ਰਹੇ।
ਇਹ ਕਿਵੇਂ ਚੀਜ਼ ਮਿਲ ਸਕਦੀ ਹੈ? ਉਹ ਜਦੋਂ ਅਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਦੇ ਹੀ ਕੇ ਅਦਕ ਕਾਮ। ਪਰਮਾਤਮਾ ਦਾ ਨਾਮ ਜਿਹੜਾ ਹੈ ਇਸ ਸਰੀਰ ਵਾਲੇ ਮਨੁੱਖ ਦੇ ਬਹੁਤ ਕੰਮ ਆਉਣ ਵਾਲਾ ਹੈ, ਹਰ ਥਾਂ ਤੇ ਕੰਮ ਆਉਣ ਵਾਲਾ ਹੈ। ਨਾਮ ਨਹੀਂ ਸਾਡੀ ਮਦਦਗਾਰ ਬਣਨਾ ਹੈ, ਨਾਮ ਐਵੇਂ ਮਦਦਗਾਰ ਬਣਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਬੂਢਤ ਕਉ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ। ਡੁੱਬਦਾ ਬੰਦਾ ਦਰਿਆ 'ਚ ਡੁੱਬ ਰਿਹਾ ਹੈ, ਅਚਨਚੇਤ ਬੇੜੀ ਆ ਗਈ, ਉਸ ਬੰਦੇ ਨੂੰ ਨਵੀਂ ਜ਼ਿੰਦਗੀ ਮਿਲ ਗਈ, ਅਚਨਚੇਤ ਆ ਗਈ। ਜਿਵੇਂ ਡੁੱਬਦੇ ਲਈ ਬੇੜੀ ਸਹਾਰਾ ਹੈ, ਬੁੱਢਤ ਕੋ ਜੈਸੇ ਬੇੜੀ ਮਿਲਤ, ਬੂਝ ਦੀਪਕ ਮਿਲਤ। ਅਸੀਂ ਦੀਵੇ ਜਗਾਉਂਦੇ ਸਾਂ ਘਰਾਂ 'ਚ ਤੇਲ ਪਾ ਕੇ, ਉਹ ਜਦੋਂ ਤੇਲ ਮੁੱਕ ਜੇ ਤੇ ਦੀਵਾ ਜਿਹੜਾ ਨਾ ਉਹਦੀ ਲਾਈਟ ਮੱਧਮ ਹੋਣੀ ਸ਼ੁਰੂ ਹੋ ਜਾਂਦੀ ਹੈ, ਨੀਵੀਂ ਹੋਣੀ ਸ਼ੁਰੂ ਹੋ ਜਾਂਦੀ, ਬੁਝਣਾ ਸ਼ੁਰੂ ਹੋ ਜਾਂਦਾ। ਅਸੀਂ ਫਿਰ ਹੋਰ ਤੇਲ ਪਾਉਂਦੇ ਹਾਂ, ਉਹ ਤੇਲ ਪਾਉਂਦੇ, ਜੀਵੇ ਦੀ ਲਾਟ ਜਿਹੜੀ ਫਿਰ ਜਗਮਗਾਉਣ ਲੱਗ ਪੈਂਦੀ ਹੈ, ਉੱਚੀ ਉੱਠਦੀ ਹੈ। ਬੂਝ ਦੀਪਕ ਮਿਲਤ ਤਿਲਤ ਮਿਲਣ ਤੇਲ, ਜਲਤ ਅਗਨੀ ਮਿਲਤ ਨੀਰ। ਅੱਗ ਬਲ ਰਹੀ ਹੋਏ, ਬਲਦੀ ਅੱਗ ਤੇ ਪਾਣੀ ਪਾ ਦਿਓ, ਸ਼ਾਂਤ ਹੋ ਜਾਏਗੀ। ਸਾਡੇ ਅੰਦਰ ਜਿਹੜੀ ਦੁੱਖਾਂ ਦੀ ਅੱਗ ਨਹੀਂ ਬਲ ਰਹੀ, ਚਿੰਤਾ ਦੀ, ਦੁੱਖਾਂ ਦੀ, ਵਿਕਾਰਾਂ ਦੀ, ਵਾਹਿਗੁਰੂ ਜੀ ਦਾ ਨਾਮ ਜਲ ਦੀ ਨਹੀਂ ਆਈ ਹੈ, ਪਾਣੀ ਦੀ ਨਹੀਂ ਆਈ ਹੈ, ਸਾਡੇ ਅੰਦਰ ਸ਼ਾਂਤੀ ਵਰਤਾ ਦਿੰਦਾ ਹੈ। ਹੋਰ ਕਿਸੇ ਚੀਜ਼ ਨਾਲ ਸ਼ਾਂਤੀ ਨਹੀਂ ਹੋਣੀ ਕਿ ਤੁਸੀਂ ਠੰਡੇ ਥਾਂ ਬੈਠੋਗੇ ਸ਼ਾਂਤੀ ਮਿਲ ਜਾਏਗੀ, ਜਾਂ ਤੁਸੀਂ ਬਾਹਰ ਚੰਦਰਮਾ ਦੀਆਂ ਕਿਰਨਾਂ ਮੂਹਰੇ ਬੈਠੋਗੇ ਸ਼ਾਂਤੀ ਮਿਲ ਜਾਏਗੀ, ਜਾਂ ਤੁਸੀਂ ਚੰਦਨ ਦਾ ਲੇਪ, ਚੰਦਨ ਠੰਡਾ ਹੁੰਦਾ, ਦੇਖਿਆ ਪੰਡਤਾਂ ਨੇ ਵੱਡਿਆਂ ਵੱਡਿਆਂ ਨੇ ਮੱਥੇ ਤੇ ਲਗਾਇਆ ਹੁੰਦਾ ਕਿ ਮੱਥਾ ਠੰਡਾ ਰਹੇ ਸ਼ਾਂਤੀ ਮਿਲ ਜਾਏਗੀ। ਗੁਰਬਾਣੀ ਕਹਿੰਦੀ ਬਿਲਕੁਲ ਨਹੀਂ ਮਿਲਣੀ। ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟੇ ਘਾਮ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਦੇ ਅੰਦਰ ਨਾਮ ਹੈ ਉਹ ਤੇ ਤਤੀ ਤਵੀ ਤੇ ਬੈਠੇ ਵੀ ਸ਼ਾਂਤ ਨੇ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ ਉਹ ਤੇ ਫੁੱਲਾਂ ਦੀਆਂ ਸੇਜਾਂ ਤੇ ਬੈਠੇ ਵੀ ਤੜਫੀ ਚਲੇ ਜਾ ਰਹੇ ਨੇ। ਉਹ ਤਪਸ ਦਾ ਸੰਬੰਧ ਜਿਹੜਾ ਉਹ ਤੁਹਾਡੇ ਅੰਦਰ ਦੇ ਨਾਲ ਹੈ। ਜੇ ਅੰਦਰੋਂ ਤੁਸੀਂ ਸੁਖੀ ਹੋ ਤੇ ਬਾਹਰਲੀ ਅੱਗ ਤੁਹਾਨੂੰ ਸਾੜ ਵੀ ਦੇ ਤੇ ਕੁਝ ਤਪਸ ਨਹੀਂ ਲੱਗੇਗੀ, ਬਾਹਰਲੀ ਅੱਗ ਵੀ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕੇਗੀ ਜਾਂ ਤੁਹਾਨੂੰ ਦੁਖੀ ਨਹੀਂ ਕਰ ਸਕੇਗੀ। ਸਰੀਰ ਸੜ ਜੇ ਕੋਈ ਗੱਲ ਨਹੀਂ, ਪਰ ਤੁਸੀਂ ਨਹੀਂ ਸੜੋਗੇ, ਤੁਸੀਂ ਦੁਖੀ ਨਹੀਂ ਹੋਵੋਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਵੇਂ ਬੂਝ ਦੀਪਕ ਮਿਲਤ ਤੀਰ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ। ਬੱਚਾ ਖੀਰ ਮਹਿਣਾ ਦੁੱਧ, ਮਾਂ ਦਾ ਦੁੱਧ। ਛੋਟਾ ਜਿਹਾ ਬੱਚਾ ਰੋ ਰਿਹਾ ਹੈ, ਤੁਸੀਂ ਜਿੰਨੇ ਮਰਜ਼ੀ ਖਿਡੌਣੇ ਦਿਓ ਉਹਨੂੰ, ਜਿੰਨਾ ਮਰਜ਼ੀ ਤੁਸੀਂ ਉਹਨੂੰ ਖੇਡਾਂ ਚ ਲਾਓ, ਜਿੰਨਾ ਮਰਜ਼ੀ ਖਾਣ ਵਾਲੀਆਂ ਚੀਜ਼ਾਂ ਦਿਓ, ਉਹ ਨਹੀਂ ਚੁੱਪ ਕਰੇਗਾ। ਮਾਂ ਚੁੱਕ ਲੇਗੀ, ਉਹਨੂੰ ਦੁੱਧ ਪਿਆਏਗੀ, ਬੱਚਾ ਝੱਟ ਚੁੱਪ ਕਰ ਜਾਏਗਾ। ਪਰਮਾਤਮਾ ਦਾ ਨਾਮ ਸਾਡੇ ਲਈ ਇਵੇਂ ਹੈ ਜਿਵੇਂ ਬੱਚੇ ਲਈ ਮਾਂ ਦਾ ਦੁੱਧ। ਅਸੀਂ ਦੁਨੀਆ ਦੀਆਂ ਜਿੰਨੀਆਂ ਮਰਜ਼ੀ ਖਿਡੌਣੇ ਇਕੱਠੇ ਕਰ ਲਈਏ, ਇਹ ਖਿਡੌਣੇ ਨੇ, ਹੋਰ ਕੁਝ ਨਹੀਂ ਹੈ। ਕੁਝ ਬੱਚਿਆਂ ਦੀਆਂ ਖੇਡਾਂ ਨੇ, ਕੁਝ ਸਿਆਣਿਆਂ ਦੀਆਂ ਹੈਗੀਆਂ ਤੇ ਖੇਡਾਂ ਨੇ। ਬੱਚੇ ਵੀ ਲੜੀ ਜਾਂਦੇ ਨੇ, ਸਿਆਣੇ ਵੀ ਲੜੀ ਜਾਂਦੇ ਨੇ, ਜਿਨ੍ਹਾਂ ਨੂੰ ਤੁਸੀਂ ਬੜਾ ਹੈ ਵੋਟਾਂ ਪਾ ਕੇ ਕਰੋੜਾਂ ਰੁਪਏ ਅਰਬਾਂ ਖਰਚ ਕੇ ਚੁਣ ਕੇ ਭੇਜੋ, ਪਾਰਲੀਮੈਂਟ 'ਚ ਲੜੀ ਜਾਂਦੇ ਨੇ, ਅਸੀਂ ਘਰਾਂ 'ਚ ਲੜੀ ਜਾਂਦੇ, ਅਸੀਂ ਸਮਾਜ 'ਚ ਲੜੀ ਜਾਂਦੇ ਹਾਂ। ਸਾਰੇ ਪਾਸੇ ਇੱਕੋ ਜਿਹਾ ਹੀ ਹਾਲ ਹੈ। ਤੁਸੀਂ ਦੇਖਦੇ ਕਿ ਵੀ ਕੁਰਸੀਆਂ ਵੀ ਚੱਲਦੀਆਂ ਉਹਨਾਂ ਦੀ, ਉੱਥੇ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ, ਜਿਨ੍ਹਾਂ ਨੂੰ ਚੁਣਿਆ ਜੀ ਇਹ ਲੋਕਾਂ ਦੀ ਨੁਮਾਇੰਦਗੀ ਕਰਨਗੇ। ਜਿਹੜੇ ਉੱਥੇ ਲੜਦੇ ਨੇ ਲੋਕਾਂ ਨੂੰ ਉਹਨਾਂ ਲੜਨਾ ਹੀ ਦੱਸਣਾ ਹੈ, ਜਿਹੜੇ ਉੱਥੇ ਝੂਠ ਬੋਲਦੇ ਨੇ ਲੋਕਾਂ ਨੂੰ ਝੂਠ ਬੋਲਣਾ ਹੀ ਦੱਸਣਾ ਉਹਨਾਂ ਨੇ, ਜਿਹੜੇ ਲੋਕਾਂ 'ਚ ਗੁੰਮਰਾਹ ਕਰਦੇ ਨੇ, ਝੂਠ ਬੋਲਦੇ ਨੇ, ਉਹ ਲੋਕਾਂ ਨੂੰ ਵੀ ਉਹੋ ਜਿਹੀ ਜਥਾ ਰਾਜਾ ਤਥਾ ਪ੍ਰਜਾ ਬਣਨੀ ਹੈ ਨਾ। ਜਥਾ ਰਾਜਾ ਤਥਾ ਪ੍ਰਜਾ ਕਹਾਵਤ, ਜਿਹੋ ਜਿਹਾ ਰਾਜਾ ਉਹੋ ਜਿਹੀ ਪ੍ਰਜਾ ਬਣਨੀ। ਹੁਣ ਰਾਜਾ ਰੱਜ ਕੇ ਝੂਠ ਬੋਲੇ, ਲੋਕਾਂ ਨੂੰ ਗੁੰਮਰਾਹ ਕਰੇ, ਲਾਰੇ ਕੇ ਜੀ ਪ੍ਰਜਾ ਜਿਹੜੀ ਉਹ ਸੱਚ ਬੋਲੇ, ਕਿੱਦਾਂ ਹੋਏਗੀ? ਪ੍ਰਜਾ ਵੀ ਫਿਰ ਉਦਾਂ ਹੀ ਕਰੇਗੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਬੱਚੇ ਦੇ ਲਈ ਮਾਂ ਦਾ ਦੁੱਧ ਹੁੰਦਾ, ਬੱਚਾ ਝੱਟ ਚੁੱਪ ਕਰ ਜਾਂਦਾ ਹੈ। ਤੁਸੀਂ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ, ਕੋਈ ਪਦਾਰਥ ਤੁਹਾਨੂੰ ਦੁੱਖਾਂ ਤੋਂ ਮੁਕਤ ਨਹੀਂ ਕਰੇਗਾ, ਕੋਈ ਵਸਤੂ, ਕੋਈ ਹੋਰ ਚੀਜ਼ ਨਹੀਂ ਕਰੇਗੀ। ਕੇਵਲ ਪ੍ਰਮਾਤਮਾ ਦਾ ਨਾਮ ਤੁਹਾਨੂੰ ਦੁੱਖਾਂ ਤੋਂ ਮੁਕਤ ਕਰੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਪ੍ਰਮਾਤਮਾ ਦੇ ਪਿਆਰ ਜੁੜੋ। ਇਸ ਦੇਹੀ ਕੇ ਅਦਕ ਕਾਮ, ਕਹਿ ਕਬੀਰ ਭਜ ਰਾਮ ਨਾਮ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਕਰੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ, ਜਿਵੇਂ ਪ੍ਰਹਿਲਾਦ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਤਿਵੇਂ ਪ੍ਰਮਾਤਮਾ ਦੇ ਪਿਆਰ ਜੁੜੋ। ਬਾਬਾ ਕਬੀਰ ਸਾਹਿਬ ਜੀ ਦੀ ਜਿੰਨੀ ਬਾਣੀ ਹੈ ਜਾਂ ਭਗਤ ਜਨਾਂ ਦੀ ਜਿੰਨੀ ਬਾਣੀ ਹੈ, ਉਹ ਕੇਵਲ ਤਾਂ ਕੇਵਲ ਪ੍ਰਮਾਤਮਾ ਦੀ ਬੰਦਗੀ ਦੀ ਗੱਲ ਕਰਦੀ, ਪ੍ਰਭੂ ਦੇ ਸਿਮਰਨ ਦੀ ਗੱਲ ਕਰਦੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਪ੍ਰਵਾਨ ਹੀ ਉਹ ਹੋਈ ਹੈ ਜਿਹੜੀ ਗੁਰਮਤਿ ਦੀ ਵਿਚਾਰਧਾਰਾ ਵਾਲੀ ਹੈ।
ਬਾਬਾ ਕਬੀਰ ਸਾਹਿਬ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ, ਸਭ ਮਦ ਮਾਤੇ ਕੋ ਨਾ ਜਾਗ। ਸਾਰੀ ਦੁਨੀਆ ਅਹੰਕਾਰ 'ਚ ਸੁੱਤੀ ਪਈ ਹੈ ਤੇ ਇਸੇ ਕਰਕੇ ਉਹਨਾਂ ਦਾ ਘਰ ਲੁੱਟਿਆ ਜਾ ਰਿਹਾ। ਜਦੋਂ ਅਸੀਂ ਗੁੱਸਾ ਕਰਦੇ ਨਾ ਅਹੰਕਾਰ, ਮਤਾਂ ਸੋਚੀਏ ਕਿ ਉਹਦੇ ਨਾਲ ਅਸੀਂ ਕਿਸੇ ਨੂੰ ਕੁਝ ਕਰ ਰਹੇ ਹਾਂ। ਇੱਕ ਵਿਦਵਾਨ ਕਹਿੰਦਾ ਕਿ ਗੁੱਸੇ ਦਾ ਅਰਥ ਕੀ ਹੈ? ਗਲਤੀ ਕਿਸੇ ਦੀ ਤੇ ਸਜ਼ਾ ਆਪਣੇ ਆਪ ਨੂੰ। ਗੁੱਸੇ ਵਿੱਚ ਅਸੀਂ ਲੁੱਟੇ ਜਾਂਦੇ ਹਾਂ, ਕ੍ਰੋਧ ਵਿੱਚ ਅਸੀਂ ਲੁੱਟੇ ਜਾਂਦੇ ਹਾਂ। ਸਾਡੇ ਅੰਦਰ ਇੱਕ ਅੱਗ ਦਾ ਭੰਭਾਕਾ ਉੱਠਦਾ ਹੈ, ਸਾਨੂੰ ਅੰਦਰੋਂ ਸਾੜ ਦਿੰਦਾ ਹੈ। ਇਹ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਟਾਲੇ। ਇਹ ਸਾਡੇ ਸਰੀਰ ਨੂੰ ਗਾਲ ਕੇ ਰੱਖ ਦਿੰਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਗਿਣਤੀ ਲਿਖੀ, ਪੰਡਤ ਸੌਂ ਗਏ ਹੰਕਾਰ 'ਚ, ਜੋਗੀ ਸੌਂ ਗਏ ਹੰਕਾਰ, ਤਪਸਵੀ ਸੌਂ ਗਏ ਹੰਕਾਰ 'ਚ। ਜਾਗਦਿਆਂ ਦੀ ਵੀ ਗਿਣਤੀ ਕੀਤੀ ਉਹਨਾਂ ਨੇ। ਜਾਗੇ ਕੌਣ ਨੇ? ਹਨੂਮਾਨ ਜਾਗਦਾ ਹੈ, ਸ਼ੰਕਰ ਜੀ ਜਾਗਦੇ ਨੇ, ਜੈਦੇਵ ਜੀ ਜਾਗਦੇ ਨੇ। ਇਹ ਕੁਝ ਉਦਾਹਰਣਾਂ ਨੇ, ਬਹੁਤ ਲੋਕ ਨੇ ਜਾਗਣ ਵਾਲੇ, ਇਹ ਕੋਈ ਸ਼ੱਕ ਨਹੀਂ ਹੈ। ਜਿੱਥੇ ਬੇਅੰਤ ਦੁਨੀਆ ਸੁੱਤੀ ਹੈ ਉੱਥੇ ਸਤਿਗੁਰੂ ਜੀ ਨੇ ਜਾਗਦਿਆਂ ਦੀ ਵੀ ਗੱਲ ਕੀਤੀ। ਨਾਨਕ ਸੇ ਜਾਗਣ ਜੇ ਗੁਰਮੁਖ ਨਾਮ ਉਚਾਰਣੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਜਾਗਣ ਦੀ ਪ੍ਰੇਰਣਾ ਕਰਦੀ। ਬਾਣੀ ਕੇਵਲ ਤਾਂ ਕੇਵਲ ਜਗਾਉਣ ਲਈ ਹੈ। ਜਦੋਂ ਤੁਸੀਂ ਜਾਗ ਪਏ ਹੋ ਤੁਸੀਂ ਤਾਂ ਰਾਜੇ ਹੋ ਭਾਈ ਇਸ ਧਰਤੀ ਦੇ। ਵਾਹਿਗੁਰੂ ਜੀ ਨੇ ਬਹੁਤ ਕੁਝ, ਸਾਡੇ ਅੰਦਰ ਸਭ ਕੁਝ ਉਹ ਹੈ ਜੋ ਬਾਹਰ ਹੈ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੇ। ਜੋ ਕੁਝ ਬਾਹਰ ਹੈ ਭਰਿਆ ਪਿਆ, ਉਹ ਸਾਡੇ ਅੰਦਰ ਭਰਿਆ ਪਿਆ। ਇਹ ਠੀਕ ਹੈ, ਸਰੀਰ ਸਾਡਾ ਪੰਜਾਂ ਤੱਤਾਂ ਦਾ ਇੱਕ ਮਿੱਟੀ ਦਾ ਪੁਤਲਾ ਬਣਿਆ ਹੋਇਆ ਹੈ, ਪਰ ਇਹਦੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਹੈ। ਇਹਦੇ ਅੰਦਰ ਪਰਮਾਤਮਾ ਵਸ ਰਿਹਾ ਹੈ। ਇਹਦੇ ਅੰਦਰ ਬੇਅੰਤ ਦਾਤਾਂ ਵਸੀਆਂ ਹੋਈ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਸ ਕਾਇਆ ਦੀ ਬੜੀ ਵਡਿਆਈ ਕੀਤੀ ਹੈ। ਕਾਇਆ ਨੂੰ ਅਕਾਰਥ ਨਹੀਂ ਦੱਸਿਆ, ਮਿਥਿਆ ਨਹੀਂ ਦੱਸਿਆ। ਠੀਕ ਹੈ, ਇਹ ਨਾਸਵੰਤ ਹੈ, ਇਹਨੇ ਨਾਸ ਹੋ ਜਾਣਾ ਹੈ, ਪਰ ਇਹਦੇ ਅੰਦਰ ਕਾਇਆ ਅੰਦਰ ਵਸੇ ਅਪਾਰਾ। ਇਹ ਸਰੀਰ ਹਰਿਮੰਦਰ ਹੈ, ਇਹਦੇ ਅੰਦਰ ਪਰਮਾਤਮਾ ਵਸ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਗੁਰਬਾਣੀ ਨਾਲ ਜੁੜੋਗੇ, ਪਰਮਾਤਮਾ ਦੇ ਪਿਆਰ ਜੁੜੋਗੇ, ਤੁਸੀਂ ਜਾਗ ਪਾਓਗੇ। ਜਦੋਂ ਜਾਗ ਪਏ ਨਾ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਹਨੂੰ ਆਂਦਨ ਹਰ ਲਿਵ ਲਾਗੇ। ਫਿਰ ਜਾਗਤ ਰਹਿਣ ਵਿਹਾਣੀ। ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਵਾਲੇ ਬੰਨੇ, ਉਹ ਫਿਰ ਜਾਗਦੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਸਾਬਦਾਂ ਨੂੰ ਆਪ ਵੀ ਜਾਗਦੇ ਨੇ, ਹੋਰਨਾਂ ਨੂੰ ਵੀ ਜਗਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਜਗਾਉਣ ਲਈ ਹੈ, ਇਹ ਸੌਣ ਲਈ ਨਹੀਂ ਹੈ, ਜਗਾਉਣ ਲਈ ਹੈ। ਆਪਾਂ ਜਾਗਣ ਲਈ ਇਸ ਨੂੰ ਪੜ੍ਹਿਆ ਕਰੀਏ। ਜਦੋਂ ਵੀ ਤੁਸੀਂ ਗੁਰਬਾਣੀ ਨੂੰ, ਕਿਸੇ ਸ਼ਬਦ ਨੂੰ ਸਮਝਣ ਲੱਗ ਜਾਓਗੇ ਨਾ, ਤੁਸੀਂ ਅੰਦਰੋਂ ਜਾਗਣੇ ਸ਼ੁਰੂ ਹੋ ਜਾਓਗੇ। ਤੁਹਾਡੇ ਅੰਦਰ ਇੱਕ ਖਿਆਲ ਪੈਦਾ ਹੈ ਕਿ ਇੰਨੀਆਂ ਮਹਾਨ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਹੀਆਂ ਨੇ। ਆਓ ਆਪਾਂ ਆਪ ਹਰ ਰੋਜ਼ ਬਾਣੀ ਪੜ੍ਹਿਆ ਕਰੀਏ, ਬਾਣੀ ਵਿਚਾਰਿਆ ਕਰੀਏ, ਬਾਣੀ ਸੁਣਿਆ ਕਰੀਏ। ਪਰਮਾਤਮਾ ਨੂੰ ਮਿਲਣ ਦਾ ਸਭ ਤੋਂ ਵੱਡੀਆ ਸਾਨੂੰ ਸਾਧਨ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ, ਇਹ ਬਾਣੀ ਜੋ ਜੀਉ ਜਾਣੈ ਜਿਸ ਅੰਤਰ ਰਵੇ ਹਰ ਨਾਮਾ। ਜਿਸ ਮਨੁੱਖ ਦੇ ਅੰਦਰ ਜੋ ਜੀ ਕਰਕੇ ਬਾਣੀ ਨੂੰ ਜਾਣ ਲੈਂਦਾ ਤੇ ਇਸ ਅੰਤਰ ਰਵੇ ਹਰ ਨਾਮਾ, ਉਹਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਆਪੇ ਸ਼ੁਰੂ ਹੋ ਜਾਂਦਾ। ਸਤਿਗੁਰੂ ਜੀ ਮਿਹਰ ਕਰਨ, ਸਾਡਾ ਗੁਰਬਾਣੀ ਨਾਲ ਪਿਆਰ ਬਣੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ ਜੀ। ਪਿਆਰ ਸਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।